ਸੋ ਉਹੀ ਫਾਰਮੂਲਾ ਆਪਾਂ ਸ਼ੁਰੂ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਆਪਾਂ ਰਹਾਉ ਦੀ ਤੁਕ ਤੇ ਆਉਂਦੇ ਹਾਂ ਵੀ ਸ਼ਬਦ ਦਾ ਮਜ਼ਮੂਨ ਕੀ ਹੈ, ਕਿਹੜੀ ਗੱਲ ਸਾਨੂੰ ਬਾਬਾ ਨਾਨਕ ਕਹਿਣੀ ਚਾਹੁੰਦੇ ਆ। ਸੋ ਇਹ ਇਦਾਂ ਹੈ ਕਿ ਇੱਕ ਸਾਕਤ ਬੰਦਾ ਹੈ, ਮਨਮੁਖ ਹੈ, ਜੋ ਪਖੰਡੀ ਵੀ ਹੈ, ਜੋ ਭੇਖੀ ਵੀ ਹੈ, ਜੋ ਕਪਟੀ ਵੀ ਹੈ, ਪਰ ਉਹ ਬੰਦਾ ਅਸਲ ਸੰਨਿਆਸੀ ਕਿਵੇਂ ਬਣੇ, ਨਾਲੇ ਸੰਨਿਆਸੀ ਦੀ ਡੈਫੀਨੇਸ਼ਨ ਕੀ ਹੋਵੇ। ਮਾਇਆ 'ਚ ਗ੍ਰਸਿਆ ਹੋਇਆ ਮਨਮੁਖ ਬੰਦਾ ਠੀਕ ਕਿਵੇਂ ਹੋਵੇ। ਜਾਂ ਇੱਕ ਹੋਰ ਚੀਜ਼ ਵਰਤੀ ਗਈ ਹੈ ਗੁਰਬਾਣੀ ਦੇ ਵਿੱਚ, ਬਈ ਮਨੂਰ ਤੋਂ ਕੰਚਨ ਕਿਵੇਂ ਬਣਿਆ ਜਾਏ। ਜਿਹੜਾ ਸੁਨਿਆਰਾ ਹੁੰਦਾ ਉਹ ਜਦੋਂ ਸੋਨੇ ਦੇ ਗਹਿਣੇ ਬਣਾਉਂਦਾ, ਉਹ ਸੋਨਾ ਗਰਮ ਕਰਦਾ, ਢਾਲਦਾ, ਤੇ ਜਦੋਂ ਨਵਾਂ ਗਹਿਣਾ ਬਣਦਾ, ਜਿਹੜਾ ਸੋਨਾ ਢਾਲਿਆ ਹੁੰਦਾ ਉਹਦੇ ਪਿੱਛੇ ਸੋਨਾ ਜਿਹੜਾ ਸੜ ਜਾਂਦਾ ਵਿੱਚੋਂ, ਉਹ ਸਵਾਹ ਹੀ ਰਹਿ ਜਾਂਦੀ ਹੈ, ਉਹਨੂੰ ਕਹਿੰਦੇ ਮਨੂਰ। ਮਨੂਰ ਮਨੂਰ ਉਹ ਸਵਾਹ ਹੀ ਹੁੰਦੀ ਹੈ ਜਿਹੜੀ ਸੋਨੇ ਦੇ ਜਦੋਂ ਗਹਿਣੇ ਬਣਾਉਂਦਾ ਸੁਨਿਆਰਾ, ਉਦੋਂ ਪਿੱਛੇ ਰਹਿੰਦੀ ਹੈ। ਸੋ ਆਪਾਂ ਇਹ ਸ਼ਬਦ ਦੇ ਰਾਹੀਂ ਲੱਭਣਾ। ਸ਼ਬਦ ਅੱਜ ਲੰਬਾ ਹੈ, ਬੜੇ ਧਿਆਨ ਨਾਲ ਸਰਵਣ ਕਰਨਾ। ਮੈਂ ਜਿਹੜੀਆਂ ਗੱਲਾਂ ਪਿੱਛੇ ਰਿਪੀਟ ਕਰਦੇ ਆਏ ਆਪਾਂ, ਉਹ ਮੈਂ ਰਿਪੀਟ ਨਹੀਂ ਕਰੂੰਗਾ, ਤੇ ਇਸ ਕਰਕੇ ਸ਼ਬਦ ਨੂੰ ਆਪਾਂ ਅੱਜ ਦੀ ਬੈਠਕ ਦੇ ਵਿੱਚ ਪੂਰਾ ਕਰਨਾ। ਸੋ ਰਹਾਉ ਦੀ ਤੁਕ ਹੈ, ਬਾਬਾ ਐਸੀ ਰਵਤ ਰਵੈ ਸੰਨਿਆਸੀ। ਅਸਲ ਸੰਨਿਆਸੀ ਉਹ ਹੈ, ਗੁਰ ਕੈ ਸ਼ਬਦੇ ਏਕ ਲਿਵ ਲਾਗੀ। ਗੁਰ ਕੈ ਸ਼ਬਦ, ਦੱਦੇ ਨੂੰ ਸਿਹਾਰੀ ਹੈ। ਮੈਂ ਤਾਂ ਇੱਕ ਵਾਰ ਬੋਲ ਦਿੰਦਾ ਬਈ ਨਜ਼ਰੀ ਪੈ ਜੇ ਕਿ ਦੱਦੇ ਨੂੰ ਸਿਹਾਰੀ ਲੱਗੀ ਹੈ, ਉਹਦਾ ਹੁਣ ਮਤਲਬ ਸਾਨੂੰ ਸਮਝ ਆ ਵੀ ਅਸੀਂ ਇਹਨੂੰ ਕਿੱਦਾਂ ਇਹਦਾ ਮੀਨਿੰਗ ਕੱਢਣਾ। ਗੁਰ ਕੈ ਸ਼ਬਦ ਏਕ ਲਿਵ ਲਾਗੀ, ਤੇਰਾ ਨਾਮ ਰਤੇ ਤ੍ਰਿਪਤਾਸੀ। ਰਹਾਓ। हे ਅਕਾਲ ਪੁਰਖ, हे ਵਾਹਿਗੁਰੂ, ਅਸਲ ਸੰਨਿਆਸੀ ਉਹ ਹੈ ਜੋ ਐਸਾ ਜੀਵਨ ਜੀਵੇ ਕਿ ਨਾਮ ਜਪਣ ਦੀ ਬਦੌਲਤ, ਗੁਰਮੰਤਰ ਦੀ ਬਦੌਲਤ, ਨਾਮ ਅਭਿਆਸ ਦੀ ਬਦੌਲਤ ਇੱਕ ਰੱਬ ਦੀ ਲਿਵ ਲੱਗੇ, ਤੇ ਉਸ ਦੇ ਨਾਮ ਦਾ ਪੱਕਾ ਰੰਗ ਚੜ ਜਾਏ, ਤੇ ਮਨ ਨੂੰ ਪੂਰਨ ਸੰਤੋਖ ਮਿਲ ਜਾਏ। ਇਹ ਜਿਹੜਾ ਰਵਤ ਹੈ, ਰਵਤ ਲਫ਼ਜ਼ ਇੱਥੇ ਵਰਤਿਆ ਗਿਆ, ਐਸੀ ਰਵਤ। ਰਵਤ ਜਿਹੜਾ ਹੈ ਉਹ ਰਲਣਾ ਮਿਲਣਾ ਹੈ, ਪ੍ਰਭੂ ਨਾਲ ਇੱਕ ਮਿਕ ਹੋਣਾ ਹੈ। ਸਹਿਜ ਦੀ ਅਵਸਥਾ, ਕਰਮਖੰਡ ਦੀ ਅਵਸਥਾ ਵੀ ਇਹਨੂੰ ਕਿਹਾ ਜਾ ਸਕਦਾ। ਇਦਾਂ ਰਲੇ ਮਿਲੇ ਸੰਨਿਆਸੀ ਇਦਾਂ ਦਾ ਹੋਵੇ ਵੀ ਉਹ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਰਲਿਆ ਮਿਲਿਆ ਹੋਵੇ। ਗੁਰੂ ਦੇ ਸ਼ਬਦ ਦੇ ਜ਼ਰੀਏ ਉਹਨੇ ਐਸੀ ਲਿਵ ਲਾਈ ਹੋਏ ਕਿ ਉਹਦੇ ਨਾਮ ਦਾ ਪੱਕਾ ਰੰਗ ਉਹਦੇ ਤੇ ਚੜਿਆ ਹੋਵੇ, ਤੇ ਪੂਰਨ ਸੰਤੋਖ ਦੀ ਅਵਸਥਾ ਦੇ ਵਿੱਚ ਉਹ ਖੇਡ ਰਿਹਾ ਹੋਏ। ਇਹ ਹੈ ਸੰਨਿਆਸੀ। ਇੱਥੋਂ ਸੰਨਿਆਸੀ ਦਾ ਮੀਨਿੰਗ ਜਿਹੜਾ ਸਾਨੂੰ ਪਤਾ ਲੱਗ ਗਿਆ। ਸੋ ਹੁਣ ਆਪਾਂ ਸ਼ਬਦ ਵਿਚਾਰੀਏ ਮਾਰੂ ਮਹੱਲੇ ਪਹਿਲੇ ਦਾ। ਸ਼ੁਰੂ ਕਰਦੇ ਸ਼ਬਦ ਕਹਿੰਦੇ, ਮਨਮੁਖ ਲਹਿਰ ਘਰ ਤਜ ਵਿਗੂਚੈ, ਅਵਰਾ ਕੇ ਘਰ ਹੀਰੈ। ਹੁਣ ਇਹ ਮਨਮੁਖ ਦਾ ਪ੍ਰੋਫਾਈਲ ਖਿੱਚਿਆ ਜਾ ਰਿਹਾ, ਮਨਮੁਖ ਦਾ ਰਿਜ਼ਿਊਮੇ ਜਿਹੜਾ ਉਹ ਬਣਨ ਲੱਗਾ ਵੀ ਮਨਮੁਖ ਚ ਕੁਆਲਿਟੀਜ਼ ਕਿਹੜੀਆਂ ਕਿਹੜੀਆਂ ਨੇ, ਉਹਦੇ ਕੀ ਇੰਟਰਸਟ ਹੁੰਦੇ ਆ। ਮਨਮੁਖ ਦਾ ਮਨ ਜਿਹੜਾ ਉਹ ਮਾਇਆ ਦੇ ਅਸਰ ਹੇਠ ਬਾਹਰ ਮੁਖੀ ਹੋ ਕੇ ਵਿਗੜ ਜਾਂਦਾ, ਵਿਗੂਚੇ, ਡੈਂਟ ਪੈ ਜਾਂਦੇ ਆ, ਚਿੱਬ ਖੜੱਬਾ ਹੋ ਜਾਂਦਾ।
ਮਨਮੁਖ ਦਾ ਮਨ ਮਾਇਆ ਦੇ ਅਸਰ ਹੇਠ ਬਾਹਰਮੁਖੀ ਹੋ ਕੇ ਵਿਗੜ ਜਾਂਦਾ ਤੇ ਥਾਂ ਥਾਂ ਠੱਗੀ ਠੋਰੀ ਲਈ ਭਟਕਦਾ ਫਿਰਦਾ ਹੈ। ਮਨਮੁਖ ਗ੍ਰਹਿ ਧਰਮ ਗਵਾਏ ਸਤਿਗੁਰ ਨਾ ਭੇਟੈ, ਦੁਰਮਤ ਘੂਮਨ ਘੇਰੈ। ਮਨਮੁਖ ਬੰਦਾ ਗ੍ਰਸਤ ਨਿਭਾਉਣ ਦਾ ਫਰਜ਼ ਤਿਆਗ ਦਿੰਦਾ ਹੈ। ਜਦੋਂ ਇਹ ਫਰਜ਼ ਤਿਆਗ ਦਿੱਤਾ ਫਿਰ ਰੱਬ ਦੀ ਬੰਦਗੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇੰਪੋਸੀਬਲ ਹੈ। ਲਿਖਤਾ ਬਾਬੇ ਨੇ ਇਹ ਗੱਲ ਪੱਕੀ ਕਰ ਲਓ, ਸਾਰੀ ਬਾਣੀ 'ਚ ਇਹ ਗੱਲ ਲਾਗੂ ਹੋਊਗੀ। ਗ੍ਰਹਿ ਧਰਮ ਗਵਾਏ ਸਤਿਗੁਰ ਨਾ ਭੇਟੈ। ਭੇਟਣਾ, ਅਜੇ ਇਸ ਚੀਜ਼ ਨੂੰ, ਇਸ ਲਫ਼ਜ਼ ਨੂੰ ਆਪਾਂ ਦੋ ਲਾਵਾਂ ਲੱਗੀਆਂ, ਭੱਬੇ ਨੂੰ ਇੱਕ ਲਾਂ, ਟੈਂਕੇ ਨੂੰ ਦੋ ਲਾਵਾਂ। ਭੇਟਣ ਦਾ ਮਤਲਬ ਵੀ ਨਾਮ ਜਪਣਾ ਹੈ, ਭਗਤੀ ਕਰਨਾ ਹੈ, ਬੰਦਗੀ ਕਰਨਾ ਹੈ। ਪਰ ਇਸ ਲਫ਼ਜ਼ ਨੂੰ ਆਪਾਂ ਖੋਲਣਾ ਅੱਗੇ ਜਾ ਕੇ, ਇਹ ਲਫ਼ਜ਼ ਬਹੁਤ ਵਾਰੀ ਵਰਤਿਆ ਗਿਆ, ਇਹਦੇ ਡੀਪ ਮੀਨਿੰਗਸ ਆਪਾਂ ਗਾਂਹ ਜਾ ਕੇ ਖੋਲਾਂਗੇ। ਇੱਥੇ ਸਤਿਗੁਰ ਦੇ ਰਾਰੇ ਨੂੰ ਔਂਕੜ ਹੈ। ਰਹਾਉ ਦੀ ਤੁਕ ਦੇ ਅਕੋਰਡਿੰਗਲੀ ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ, ਗੁਰੂ ਦੇ ਸ਼ਬਦ ਦੀ ਗੱਲ ਆਉਣੀ ਹੈ। ਸੋ ਆਪਾਂ ਇੱਥੇ ਗ੍ਰਹਿ ਧਰਮ ਗਵਾਏ ਸਤਿਗੁਰ ਨਾ ਭੇਟੈ। ਉਹ ਕੀ ਕਰਦਾ? ਮਨਮੁਖ ਬੰਦਾ ਗ੍ਰਸਤ ਨਿਭਾਉਣ ਦਾ ਫਰਜ਼ ਤਿਆਗ ਦਿੰਦਾ, ਫਿਰ ਰੱਬ ਦੀ ਬੰਦਗੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਬਲਕਿ ਉਹ ਬੁਰਾਈਆਂ ਦੇ ਵਹਿਣ ਵਿੱਚ ਵਹਿ ਤੁਰਦਾ। ਘੁੰਮਣ ਘੇਰਾ, ਦੁਰਮਤ ਘੁੰਮਣ ਘੇਰਾ। ਇਹ ਭੇਟੈ ਟੈਂਕੇ ਨੂੰ ਦੋ ਲਾਵਾਂ, ਘੁੰਮਣ ਘੇਰਾ ਇਹ ਦੋ ਲਾਵਾਂ, ਇਹ ਦੱਸਦੀਆਂ ਨੇ ਕਿ ਬੰਦੇ ਦਾ ਮਨ, ਕਿਉਂਕਿ ਅੰਦਰ ਦੀ ਗੱਲ ਹੈ, ਭੇਟੈ ਅੰਦਰੋਂ, ਘੁੰਮਣ ਘੇਰਾ ਉਹਦਾ ਮਨ ਖੜਾ ਹੀ ਨਹੀਂ ਹੋ ਸਕਦਾ, ਉਹਦਾ ਮਨ ਵਿਚਾਰਾਂ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਮਨਮੁਖ ਬੰਦਾ ਮਾਇਆ ਦੇ ਅਸਰ ਹੇਠ ਬਾਹਰਮੁਖੀ ਹੋ ਕੇ ਵਿਗੜ ਜਾਂਦਾ, ਥਾਂ ਥਾਂ ਠੱਗੀ ਠੋਰੀ ਲਈ ਭਟਕਦਾ ਫਿਰਦਾ, ਗ੍ਰਸਤ ਨਿਭਾਉਣ ਦਾ ਫਰਜ਼ ਤਿਆਗ ਦਿੰਦਾ, ਫਿਰ ਰੱਬ ਦੀ ਬੰਦਗੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਬਲਕਿ ਉਹ ਬੁਰਾਈਆਂ ਦੇ ਵਹਿਣ ਵਿੱਚ ਵਹਿ ਤੁਰਦਾ। ਦਸੰਤਰ ਭਵੈ ਪਾਠ ਪੜ੍ਹ ਥਾਕਾ, ਤ੍ਰਿਸ਼ਨਾ ਹੋਏ ਵਧੇਰਾ। ਦੇਖੋ ਫਿਰ ਦੋ ਲਾਵਾਂ ਵਧੇਰਾ ਤੇ ਆਈਆਂ, ਕਿਉਂਕਿ ਅੰਦਰ ਤ੍ਰਿਸ਼ਨਾ ਮਨ ਨੇ ਕਰਨੀ ਆ। ਭਵੈ ਇਹ ਮਨ ਨੇ ਪਾਉਣਾ, ਬਾਹਰ ਫਿਜ਼ੀਕਲੀ ਕੋਈ ਗੱਲ ਨਹੀਂ ਹੈ। ਗੁਰਬਾਣੀ ਸਾਰੀ ਅੰਤਰਮੁਖੀ ਆ, ਜਿੱਥੇ ਕਿਤੇ ਫਿਜ਼ੀਕਲੀ ਆਓ ਆਪਾਂ ਉਹ ਗੱਲ ਵੀ ਕਰਾਂਗੇ, ਲੇਕਿਨ ਇਹ ਅੰਤਰਮੁਖੀ ਸਾਰਾ ਜਿਹੜਾ ਵਰਤਾਰਾ ਵਰਤਦਾ। ਦਸੰਤਰ ਭਵੈ ਆਪਣਾ ਘਰ ਛੱਡ ਕੇ, ਮਨਮੁਖ ਬੰਦਾ, ਉਹਦਾ ਹੀ ਰਿਜ਼ਿਊਮੇ ਚੱਲ ਰਿਹਾ ਜੀ। ਮਨਮੁਖ ਬੰਦਾ ਆਪਣਾ ਘਰ ਛੱਡ ਕੇ ਆਲੇ ਦੁਆਲੇ ਆਸੇ ਪਾਸੇ ਨੱਠ ਭੱਜ ਕਰਦਾ ਰਹਿੰਦਾ, ਧਾਰਮਿਕ ਪੁਸਤਕਾਂ ਦਾ ਪਾਠ ਪੜ੍ਹ ਕੇ ਥੱਕ ਜਾਂਦਾ। ਪਾਠ ਪੜ੍ਹ ਥਾਕਾ, ਇਹ ਚੀਜ਼ ਨੂੰ ਸਮਝਣਾ, ਇਹੀ ਆਪਣਾ ਟੌਪਿਕ ਹੈ, ਇਹੀ ਟੌਪਿਕ ਹੈ। ਇਹ ਗੁਰਬਾਣੀ ਗੁਰੂ ਇਸ ਗੱਲ ਦੀ ਗਰੰਟੀ ਲੈ ਰਹੇ ਆ ਵੀ ਜਿਹੜੀਆਂ ਇੰਸਟਰਕਸ਼ਨਸ ਦੇ ਰਹੇ ਆ ਗੁਰਬਾਣੀ 'ਚ, ਉਹਨਾਂ ਇੰਸਟਰਕਸ਼ਨਸ ਨੂੰ ਪੜ੍ਹ ਕੇ ਨਹੀਂ ਕੁਛ ਸਾਡਾ ਸਵਰਨਾ, ਉਹਨਾਂ ਨੂੰ ਅਮਲ 'ਚ ਲੈ ਕੇ ਆਉਣਾ ਪਊ। ਜਿੰਨਾ ਚਿਰ ਅਮਲ 'ਚ ਨਹੀਂ ਉਹ ਚੀਜ਼ਾਂ ਆ ਰਹੀਆਂ, ਅਸੀਂ ਉਹਨੂੰ ਸਮਝ ਨਹੀਂ ਰਹੇ, ਉਹਨਾਂ ਚਿਰ ਆਹੀ ਜਿਹੜਾ ਰਿਜ਼ਿਊਮੇ ਸਾਡਾ ਬਣਿਆ ਰਹੂ। ਦਸੰਤਰ ਭਵੈ, ਆਪਣਾ ਘਰ ਛੱਡ ਕੇ ਅਸੀਂ ਅੰਦਰ ਪ੍ਰਮਾਤਮਾ ਨੂੰ ਨਹੀਂ ਲੱਭਦੇ, ਬਾਹਰ ਭੱਜੇ ਫਿਰਦੇ ਹਾਂ, ਬਾਹਰ ਢੂੰਡਤ ਬਹੁਤ ਦੁੱਖ ਪਾਵੈ। ਨੱਠ ਭੱਜ ਕਰਦੇ ਆ, ਧਾਰਮਿਕ ਪੁਸਤਕਾਂ ਦਾ ਪਾਠ ਪੜ੍ਹੀ ਜਾਂਦੇ ਆ, ਥੱਕ ਜਾਂਦੇ ਆ, ਪਰ ਮਾਇਆ ਦੀ ਤ੍ਰਿਸ਼ਨਾ ਮੁੱਕਣ ਦਾ ਨਾਮ ਹੀ ਨਹੀਂ ਲੈਂਦੀ, ਉਹ ਹੋਰ ਵਧੀ ਜਾ ਰਹੀ ਹੈ। ਤ੍ਰਿਸ਼ਨਾ ਹੋਏ ਵਧੇਰਾ। ਕਾਚੀ ਪਿੰਡੀ ਸ਼ਬਦ ਨਾ ਚੀਨੈ, ਉਦਰ ਭਰੈ ਜੈਸੇ ਢੋਰੈ। ਹੋਛੀ ਮੱਤ ਵਾਲਾ ਮਨਮੁਖ ਜਿਹੜਾ ਹੈ, ਉਹ ਕਦੇ ਰੱਬ ਦੀ ਇਬਾਦਤ ਨਹੀਂ ਕਰਦਾ, ਸਗੋਂ
ਜਾਨਵਰ ਵਾਂਗੂ, ਪਸ਼ੂ ਵਾਂਗੂ ਖਾ ਪੀ ਕੇ ਆਪਣਾ ਢਿੱਡ ਭਰਦਾ ਰਹਿੰਦਾ ਹੈ। ਖਾ ਪੀ ਕੇ ਆਪਣਾ ਢਿੱਡ ਭਰੀ ਜਾਂਦਾ। ਆ ਦੇਖੋ, ਜਿੱਦਾਂ ਆ ਕੋਈ ਸੋ ਕਾਲਡ ਸੰਤ ਜਾਂ ਕੋਈ ਰਾਗੀ ਢਾਡੀ, ਇਹ ਕਿਸੇ ਦੇ ਘਰ ਜਾਂਦੇ ਆ, ਇਹ ਕਈਆਂ ਨਾਲੇ ਹੋਇਆ ਹੋਣਾ ਵਾਕਿਆ, ਕੋਈ ਐਸੀ ਗੱਲ ਨਹੀਂ। ਆਪਾਂ ਬਿਲਕੁਲ ਸੱਚੀ ਜਿਹੜਾ ਉਹ ਗੱਲ ਕਰਾਂਗੇ। ਉਹ ਖਾਣ ਪੀਣ ਤੇ ਬੜਾ ਜ਼ੋਰ ਹੁੰਦਾ ਉਹਨਾਂ ਦਾ। ਬਹੁਤ ਘੱਟ ਵਿਰਲੇ ਹੁੰਦੇ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਵੀ ਇਹ ਮੈਂ ਸੰਜਮ ਚ ਰਹਿ ਕੇ ਭੋਜਨ ਕਰਨਾ। 10ਵੇਂ ਪਾਤਸ਼ਾਹ ਪਤਾ ਕੀ ਕਹਿੰਦੇ ਆ? ਕਹਿੰਦੇ ਰੇਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹਿ ਉਦਾਸਾ, ਜਤ ਕੀ ਜਟਾ जोग को मज्जन, नेम के नखन वढाओ, ज्ञान गुरु आत्म उपदेशो, नाम विभूत लगाओ। ਅੱਗੇ ਕਹਿੰਦੇ ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ। ਗਿਆਨ ਨੂੰ ਗੁਰੂ ਬਣਾ ਲਓ ਆਪਣਾ, ਆਪਣੇ ਆਪ ਨੂੰ ਉਪਦੇਸ਼ ਦਿਓ। ਪਹਿਲਾਂ ਹੀ ਐ ਪੈਂਦੀ ਸੱਟੇ ਮਾੜਾ ਜਿਹਾ ਸਿੱਖ ਸੁੱਖ ਕੇ ਗਾਂ ਨਾ ਕਿਤੇ ਲੱਗ ਜਾਓ ਵੀ ਬਣ ਜਾਓ ਕਥਾਵਾਚਕ ਜਾਂ ਲੈਕਚਰਰ ਜਾਂ ਸਪੀਕਰ। ਕਹਿੰਦੇ ਨਾਮ ਵਿਭੂਤ ਲਗਾਓ, ਗਿਆਨ ਗੁਰੂ ਆਤਮ ਉਪਦੇਸ਼ੋ, ਨਾਮ ਵਿਭੂਤ ਲਗਾਓ। ਉਹਦੇ ਅੱਗੇ ਕਹਿੰਦੇ ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ। ਦਇਆ ਹੋਏ ਬੰਦੇ ਦੇ ਅੰਦਰ, ਕਿਸੇ ਨੂੰ ਖਿਮਾ ਕਰਨ ਦਾ ਗੁਣ ਹੋਵੇ। ਤੇ ਤੀਜਾ ਇੱਕ ਹੋਰ ਜੇਕਰ ਉਹ ਗੁਰਮੰਤਰ ਨਾਲ ਹੋਵੇ, ਆ ਗੁਣ ਵੀ ਦੋ ਹੋਣ। ਅਕਾਲ ਪੁਰਖ ਨੂੰ ਪ੍ਰਗਟ ਕਰਨਾ, ਆਪਣੇ ਅੰਦਰ ਪ੍ਰਕਾਸ਼ ਕਰਨਾ ਕੋਈ ਔਖਾ ਕੰਮ ਨਹੀਂ ਹੈ। ਇਹ ਸਿੱਖਣਾ ਅਸੀਂ ਬਸ ਇੱਥੋਂ। ਅਲਪ ਆਹਾਰ, ਥੋੜਾ ਖਾਣਾ, ਜ਼ਿਆਦਾ ਐ ਢਿੱਡ ਭਰ ਕੇ ਡੰਗਰਾਂ ਵਾਂਗੂ ਖਾਈ ਜਾਵਾਂਗੇ, ਨੀਂਦ ਨੇ ਨਹੀਂ ਖਹਿੜਾ ਛੱਡਣਾ, ਸੁੱਤੇ ਰਵਾਂਗੇ, ਹੋਰ ਬਿਮਾਰੀਆਂ ਲੱਗ ਜਾਣਗੀਆਂ। ਕਹਿੰਦੇ ਸੁਲਭ ਸੀ ਨਿੰਦਰਾ, ਥੋੜਾ ਜਿਹਾ ਖਾਣਾ। ਸਾਤਵਿਕ ਭੋਜਨ, ਇਹਦੇ ਬਾਰੇ ਵੀ ਬਾਅਦ ਚ ਆਪਾਂ ਡਿਸਕਸ਼ਨ ਕਰਾਂਗੇ ਵੀ ਸਾਤਵਿਕ ਭੋਜਨ ਕਿਹੜਾ। ਸਾਤਵਿਕ ਭੋਜਨ ਵੀ ਹੋਵੇ ਲੇਕਿਨ ਅਸੀਂ ਖਾਣਾ ਥੋੜਾ, ਭੁੱਖ ਰੱਖ ਕੇ ਜਿਹਨੂੰ ਕਹਿੰਦੇ ਆ ਖਾਣਾ। ਗੁਰਸਿੱਖ ਦਾ ਇਹ ਕੰਮ ਹੈ। ਬੰਦਾ ਕਦੇ ਬਿਮਾਰ ਨਹੀਂ ਹੋਏਗਾ ਜੇਕਰ ਉਹ ਥੋੜੀ ਭੁੱਖ ਰੱਖ ਕੇ ਖਾਊਗਾ। ਸੀਲ ਸੰਤੋਖ ਸਦਾ ਨਿਰਵਾਹਿਬੋ, ਹੈ ਵੈਭੋ ਤ੍ਰਿਗੁਣ ਅਤੀਤ। ਸੋ ਇਹ ਗੁਣ ਜੇ ਅੰਦਰ ਦਇਆ ਹੋ, ਕਿਸੇ ਨੂੰ ਖਿਮਾ ਕਰਨ ਦਾ ਗੁਣ ਹੋ, ਕਿਉਂਕਿ ਜੇ ਅਸੀਂ ਕਿਸੇ ਨੂੰ ਖਿਮਾ ਨਹੀਂ ਕਰਦੇ, ਸੋਚ ਕੇ ਅਸੀਂ ਆਪਣੇ ਮਨ ਨੂੰ ਸਾੜਦੇ ਹਾਂ, ਡਿਸਟਰਬ ਹੋ ਜਾਂਦਾ ਬੰਦਾ, ਸੁਰਤੀ ਬਿਰਤੀ ਕਾਇਮ ਨਹੀਂ ਰਹਿੰਦੀ। ਸੋ ਇਹ ਚੀਜ਼ਾਂ ਅਸੀਂ ਸਿੱਖਣੀਆਂ ਨੇ ਗੁਰਬਾਣੀ ਚੋਂ। ਇਹਨਾਂ ਦੇ ਪਾਠ ਨਹੀਂ ਕਰੀ ਜਾਣੇ, ਇਹਨਾਂ ਨੂੰ ਪੜ੍ਹੀ ਨਹੀਂ ਜਾਣਾ, ਇੰਸਟਰਕਸ਼ਨ ਫੋਲੋ ਕਰਨ ਵਾਸਤੇ ਹੁੰਦੀਆਂ ਨੇ। ਦਸੰਤਰ ਭਵੈ ਪਾਠ ਪੜ ਥਾਕਾ, ਤ੍ਰਿਸ਼ਨਾ ਹੋਏ ਵਧੇਰਾ, ਕਾਚੀ ਪਿੰਡੀ ਸ਼ਬਦ ਨਾ ਚੀਨੈ, ਉਦਰ ਭਰੈ ਜੈਸੇ ਢੋਰੈ। ਕੀ ਉਹਦਾ ਫਾਇਦਾ ਹੋਏਗਾ? ਖਾ ਕੇ ਕੋਈ ਉਹਦਾ ਫਾਇਦਾ ਨਹੀਂ ਹੈ। ਮੱਤ ਜਿਹੜੀ ਆ ਉਹ ਖਰਾਬ ਹੀ ਹੋਣੀ ਹੈ। ਕਾਚੀ ਪਿੰਡੀ, ਕੱਚੀ ਮੱਤ, ਪੂਰੀ ਨਾ ਹੋਵੇ, ਪੱਕੀ ਨਾ ਹੋਵੇ। ਸ਼ਬਦ ਨਾ ਚੀਨੈ, ਉਦਰ ਭਰੈ ਜੈਸੇ ਢੋਰੈ। ਫਿਰ ਅੱਗੇ ਕਹਿੰਦੇ ਬਾਬਾ ਐਸੀ ਰਵਤ ਰਵੈ ਸੰਨਿਆਸੀ। ਸੰਨਿਆਸੀ ਉਹ ਹੈ ਜਿਹਦਾ ਜੀਵਨ ਹੋਵੇ, ਜੋ ਭਜਨ ਬੰਦਗੀ ਦੇ ਕਰਕੇ ਇੱਕ ਅਕਾਲ ਪੁਰਖ ਨਾਲ ਆਪਣੀ ਲਿਵ ਲਾਵੇ ਤੇ ਉਸ ਅਕਾਲ ਪੁਰਖ ਦੇ ਨਾਮ ਦਾ ਪੱਕਾ ਰੰਗ ਚੜ ਜਾਏ ਤੇ ਮਨ ਜਿਹੜਾ ਉਹ ਪੂਰਨ ਸੰਤੋਖ ਦੀ ਅਵਸਥਾ ਚ ਆ ਜਾਏ। ਅੱਗੇ ਚਲੀਏ। ਘੋਲੀ ਗੇਰੂ ਰੰਗ ਚੜਾਇਆ, ਵਸਤਰ ਭੇਖ ਭਿਖਾਰੀ। ਹੁਣ ਉਹ ਕੁਆਲਿਟੀਜ਼ ਆਉਣ ਲੱਗੀਆਂ ਨੇ ਮਨਮੁਖ ਦੀਆਂ। ਗੱਲ ਜੇ ਮਨਮੁਖ ਦੀ ਹੋ ਰਹੀ ਹੈ।
ਮਨਮੁਖ ਬੰਦਾ ਭਗਵੇ ਵਸਤਰ ਪਹਿਨ ਕੇ ਘੋਲੀ ਗੇਰੂ ਰੰਗ ਚੜਾਇਆ। ਹੁਣ ਖਾਲੀ ਭਗਵੇ ਵਸਤਰ ਨਹੀਂ, ਕੋਈ ਖਾਸ ਡਰੈਸ ਵੀ ਇੱਥੇ ਕਹਿ ਸਕਦੇ ਹਾਂ ਆਪਾਂ। ਮਨਮੁਖ ਦਾ ਕੰਮ ਹੈ ਦਿਖਾਵਾ ਕਰਨਾ, ਉਹ ਕਿਸੇ ਰੂਪ ਵਿੱਚ ਹੀ ਕਰ ਸਕਦਾ। ਉਹ ਬਾਹਰੋਂ ਬਾਹਰੋਂ ਮਤਲਬ ਆਪਣਾ ਐਨ ਡਰੈਸ ਕੋਡ ਉਹਨੇ ਰੱਖਿਆ ਹੋਊ ਵੀ ਆਹ ਮੈਂ ਪਾਉਣਾ ਜੀ, ਆਹ ਮੈਂ ਸਰੀਰ ਤੇ ਏਦਾਂ ਦੇਹੀ ਧੋਏ ਤਨ ਚੱਕਰ ਬਣਾਏ, ਹੈ ਨਾ, ਇਹ ਵੀ ਗੁਰਬਾਣੀ ਦੇ ਸ਼ਬਦ ਨੇ। ਇਤ ਸੰਜਮ ਪ੍ਰਭ ਕਿਨੇ ਨਾ ਪਾਇਆ, ਉਹ ਚੀਜ਼ਾਂ ਸਾਰੀਆਂ ਦਸੀਆਂ ਉਸ ਸ਼ਬਦ ਦੇ ਵਿੱਚ ਕਿ ਇਹ ਕੁਛ ਕਰਕੇ ਅਕਾਲ ਪੁਰਖ ਨੂੰ ਨਹੀਂ ਪਾਇਆ ਜਾ ਸਕਦਾ। ਸੋ ਘੋਲੀ ਗੇਰੂ ਰੰਗ ਚੜਾਇਆ, ਵਸਤਰ ਭੇਖ ਭਿਖਾਰੀ। ਮਨਮੁਖ ਬੰਦਾ ਡਰੈਸਾਂ ਪਾ ਕੇ ਭਗਵੇ ਵੇਸ ਵਸਤਰ ਪਹਿਨ ਕੇ ਧਾਰਮਿਕ ਪਹਿਰਾਵੇ ਵਾਲਾ ਬਣ ਕੇ ਭਿਖਿਆ ਮੰਗਦਾ ਫਿਰਦਾ, ਭਾਵੇਂ ਉਹ ਕਿਸੇ ਰੂਪ ਚ ਹੋਵੇ, ਭਾਵੇਂ ਉਹਨੇ ਆਪਣੀ ਭੇਟਾ ਰੱਖੀ ਹੋਵੇ, ਭਾਵੇਂ ਉਹਨੇ ਕੰਡੀਸ਼ਨ ਰੱਖੀਆਂ ਹੋਣ ਵੀ ਟਿਕਟ ਵੀ ਚਾਹੀਦੀ ਹੈ ਮੈਨੂੰ ਕਿਤੇ ਆਉਣ ਜਾਣ ਦੀ, ਬਸ ਉਹ ਭਿਖਾਰੀ ਹੀ ਹੈ। ਘੋਲੀ ਗੇਰੂ ਰੰਗ ਚੜਾਇਆ, ਵਸਤਰ ਭੇਖ ਭਿਖਾਰੀ। ਫਿਰ ਭੇਖੀ ਬੰਦਾ ਕਾਪੜ ਫਾਰ ਬਣਾਈ ਖਿੰਥਾ ਝੋਲੀ ਮਾਇਆ ਧਾਰੀ। ਝੋਲੀ ਭੇਖੀ ਬੰਦਾ, ਮਨਮੁਖ ਬੰਦਾ ਕੱਪੜੇ ਪਾੜ ਕੇ ਗੋਦੜੀ ਬਣਾ ਕੇ ਪਾਉਂਦਾ, ਆਟਾ ਅੰਨ ਮਾਇਆ ਆਦਿ ਪਾਉਣ ਲਈ ਗੋਦੜੀ ਵੀ ਪਾਉਂਦਾ, ਇੱਕ ਝੋਲੀ ਬਗਲੀ ਛੋਟਾ ਜਿਹਾ। ਅੱਜ ਕੱਲ ਉਹ ਕਾਲਾ ਜਿਹਾ ਬੈਗ ਫੜਿਆ ਹੁੰਦਾ ਛੋਟਾ ਜਿਹਾ ਹੱਥ ਦੇ ਵਿੱਚ, ਜਿਹੜੀ ਉਹ ਭੇਟਾ ਪਾਉਣ ਵਾਸਤੇ ਜਾਂ ਚੜਾਵਾ ਪਾਉਣ ਵਾਸਤੇ। ਫਿਰ ਘਰ ਘਰ ਮੰਗੈ ਜਗ ਪ੍ਰਬੁੱਧ ਹੈ, ਮਨ ਅੰਧੈ ਪਤਹਾਰੀ। ਐਸਾ ਮਨਮੁਖ ਘਰ ਘਰ ਭਿਖਿਆ ਮੰਗਦਾ ਤੇ ਲੋਕਾਂ ਨੂੰ ਧਾਰਮਿਕ ਉਪਦੇਸ਼ ਸਿੱਖਿਆ ਵੀ ਕਰਦਾ, ਪਰ ਅਸਲ ਚ ਉਹ ਆਪਣੀ ਰਿਸਪੈਕਟ, ਆਪਣਾ ਸਤਿਕਾਰ ਗਵਾ ਲੈਂਦਾ, ਕਿਉਂਕਿ ਮਨ ਅਗਿਆਨਤਾ ਦੇ ਵਸ ਹੈ। ਮਨ ਅਗਿਆਨਤਾ ਦੇ ਵਸ ਹੈ। ਇਸ ਕਰਕੇ ਉਹਦਾ ਇਹ ਦਿਖਾਵਾ ਜਿਹੜਾ ਹੈ, ਇਹ ਕਿਸੇ ਕੰਮ ਨਹੀਂ ਆਉਂਦਾ। ਜਿਹੜੇ ਬੰਦੇ ਭਜਨ ਬੰਦਗੀ ਕਰਦੇ ਆ, ਉਹਨਾਂ ਨੂੰ ਉਸ ਚੀਜ਼ ਦਾ ਪਤਾ ਲੱਗ ਜਾਂਦਾ। ਬਰੀਕੀ ਵਿੱਚ ਜਦੋਂ ਆਪਾਂ ਵਾਚ ਲੈਂਦੇ ਹਾਂ ਕਿਸੇ ਸੱਜਣ ਨੂੰ, ਉਹਦੇ ਬਾਰੇ ਪਤਾ ਲੱਗ ਜਾਂਦਾ ਕਿ ਇਹਦੀ ਬਿਰਤੀ ਕਿੱਦਾਂ ਦੀ ਆ। ਸੋ ਡਰੈਸਾਂ ਪਾ ਕੇ ਜਾਂ ਸਪੈਸ਼ਲ ਕਾਈਂਡ ਆਫ ਜਿਹੜੀ ਭੇਖ ਬਣਾ ਕੇ ਆਪਣੇ ਆਪ ਨੂੰ ਧਾਰਮਿਕ ਸਿੱਧ ਕਰਨਾ, ਇਹ ਮਨਮੁਖ ਬੰਦੇ ਦਾ ਕੰਮ ਹੁੰਦਾ। ਤੇ ਲੋਕਾਂ ਨੂੰ ਫਿਰ ਸਿੱਖਿਆ ਵੀ ਦਿੰਦਾ। ਉਹ ਆਪ ਅਮਲ ਨਾ ਹੋਵੇ, ਸਿੱਖਿਆ ਦੇਈ ਜਾਵੇ, ਤੇ ਉਹ ਫਿਰ ਗੱਲ ਠੀਕ ਨਹੀਂ। ਉਹ ਫਿਰ ਘਰ ਘਰ ਮੰਗੈ ਜਗ ਪ੍ਰਬੁੱਧ ਹੈ, ਮਨ ਅੰਧ ਹੈ ਪਤਹਾਰੀ। ਉਹ ਫਿਰ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਇਹ ਤੇਰਾ ਹੈ ਪਤ। ਇਹ ਇੱਜ਼ਤ ਆਪਾਂ ਇਹ ਦੁਨਿਆਵੀ ਨਹੀਂ ਗੱਲ ਕਰ ਰਹੇ, ਦੁਨਿਆਵੀ ਤਾਂ ਉਹ ਪਰਮਾਲੂ ਦੁਨੀਆ, ਇਹ ਅਕਾਲ ਪੁਰਖ ਦੇ ਦਰ ਦੀਆਂ ਗੱਲਾਂ ਹੋ ਰਹੀਆਂ। ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਇਹ ਤੇਰਾ ਹੈ ਪਤ। ਇੱਜ਼ਤ ਮਿਲਣੀ ਹੀ ਇਸ ਰਸਤੇ ਤੇ ਹੈ। ਸੋ ਅੱਗੇ ਚਲੀਏ। ਭਰਮ ਭੁਲਾਣਾ ਸ਼ਬਦ ਨਾ ਚੀਨੈ, ਜੂਐ ਬਾਜੀ ਹਾਰੀ। ਹਰ ਜਿਹੜੀ ਤੁਕ ਜਿੱਥੇ ਖਤਮ ਹੋ ਰਹੀ ਹੋਊ, ਉੱਥੇ ਰਿਜ਼ਲਟ ਕੱਢਿਆ ਹੋਊ ਉਸ ਪਦੇ ਦਾ। ਮਾਇਆ ਦੀ ਭਟਕਣਾ ਕਰਕੇ ਜੀਵਨ ਦੇ ਅਸਲ ਮਨੋਰਥ ਤੋਂ, ਰਾਹ ਤੋਂ ਖੁੰਝ ਜਾਂਦਾ ਬੰਦਾ, ਮਨਮੁਖ ਬੰਦਾ। ਤੇ ਅਕਾਲ ਪੁਰਖ ਦੀ ਬੰਦਗੀ ਉਹਦੇ ਸੁਪਨੇ ਚ ਨਹੀਂ ਆਉਂਦੀ, ਤੇ ਜੁਹਾਰੀਆਂ ਵਾਂਗ ਜਿਹੜੀ ਖੇਡ ਹੈ, ਉਹ ਹਾਰ ਕੇ ਇਸ ਜਗ ਤੋਂ ਰੁਖਸਤ ਹੋ ਜਾਂਦਾ।
ਭਰਮ ਭੁਲਾਣਾ, ਸ਼ਬਦ ਨਾ ਚੀਨੈ, ਭਰਮਾਂ ਦੇ ਵਿੱਚ ਭਟਕਣਾ ਦੇ ਵਿੱਚ ਹੈ, ਸ਼ਬਦ ਦਾ ਅਭਿਆਸ ਨਹੀਂ ਕਰਦਾ, ਨਾਮ ਨਹੀਂ ਜਪਦਾ, ਬੰਦਗੀ ਨਹੀਂ ਕਰਦਾ। ਇਹ ਬਿਲਕੁਲ ਇਸ ਤਰ੍ਹਾਂ ਹੀ ਹੈ ਜਿਵੇਂ ਕੋਈ ਜੁਆਰੀ ਜੂਏ ਦੇ ਵਿੱਚ ਬਾਜ਼ੀ ਹਾਰ ਕੇ ਚਲਾ ਜਾਏ, ਆਪਣਾ ਸਭ ਕੁਝ ਗਵਾ ਕੇ ਚਲਾ ਜਾਏ। ਹੁਣ ਮਨਮੁਖ ਬੰਦਿਆ, ਤੂੰ ਆਪਣੀ ਇਹ ਜਿਹੜੀ ਤੇਰੀ ਜਿਹੜਾ ਤੇਰੀ ਇਹ ਵਿਸ਼ੇਸ਼ਤਾ ਹੈ, ਜਿਹੜਾ ਤੇਰਾ ਰਿਜ਼ਿਊਮੇ ਖਿੱਚ ਰਿਹਾ ਮਹੱਲਾ ਪਹਿਲਾ, ਇਹਨੂੰ ਤੂੰ ਬਦਲ ਸਕਦਾ, ਇਹਨੂੰ ਤੂੰ ਚੇਂਜ ਕਰ ਸਕਦਾ, ਪਰ ਤੈਨੂੰ ਉਦਮ ਕਰਨਾ ਪਊ। ਮੈਂ ਬਾਰ-ਬਾਰ ਰਿਪੀਟ ਕਰਦਾ, ਵੀ ਕਹਿ ਦਿੰਦੇ ਨੇ ਸਾਰਾ ਕੁਝ ਅਕਾਲ ਪੁਰਖ ਨੇ ਕਰਨਾ ਠੀਕ ਹੈ, ਲੇਕਿਨ ਉਹਦੇ ਚ ਉਦਮ ਵੀ, ਮਿਹਨਤ ਵੀ ਸ਼ਾਮਲ ਹੈ। ਉਪਦੇਸ਼ ਪੜ੍ਹਨਾ ਕਾਹਦੇ ਲਈ ਹੈ, ਪਾਠ ਪੜ੍ਹਨਾ ਕਾਹਦੇ ਲਈ, ਆਪਣੇ ਆਪ ਨੂੰ ਚੇਂਜ ਕਰਨ ਵਾਸਤੇ, ਕਿ ਅਸੀਂ ਇਹਦੇ ਅਕੋਰਡਿੰਗਲੀ ਆਪਣਾ ਜੀਵਨ ਬਣਾਈਏ। ਜੇ ਬਣਾਇਆ ਹੀ ਨਹੀਂ ਹੈ ਤੇ ਫਿਰ ਕੋਈ ਫਰਕ ਨਹੀਂ ਹੈ, ਫਿਰ ਇਹੋ ਕੁਆਲਿਟੀਜ਼ ਰਿਜ਼ਿਊਮੇ ਜਿਹੜਾ ਬਣਿਆ ਹੈ, ਇਹ ਇਦਾਂ ਦਾ ਹੀ ਰਹੂ। ਫਿਰ ਬਾਬਾ ਐਸੀ ਰਵਤ ਰਵੈ ਸੰਨਿਆਸੀ, ਉਹ ਇਦਾਂ ਦਾ ਜੀਵਨ ਜੀ, ਭਗਤੀ ਦੇ ਨਾਲ, ਗੁਰਮੰਤਰ ਦੇ ਜਾਪ ਦੇ ਨਾਲ, ਇੱਕ ਅਕਾਲ ਪੁਰਖ ਨਾਲ ਲਿਵ ਲਾ, ਤੇ ਉਹਦੇ ਨਾਮ ਦਾ ਪੱਕਾ ਰੰਗ ਚੜਾ, ਤੇ ਮਨ ਨੂੰ ਪੂਰਨ ਸੰਤੋਖ, ਕੰਪਲੀਟ ਸਹਿਜ ਅਵਸਥਾ ਦੇ ਵਿੱਚ ਲੈ ਕੇ ਆ। ਹੋਰ ਅੱਗੇ ਚਲੀਏ, ਪਦਾ ਨੰਬਰ 3। ਅੰਤਰ ਅਗਨ ਨਾ ਗੁਰ ਬਿਨ ਬੂਝੈ, ਬਾਹਰ ਪੂਰ ਤਾਪੈ। ਅੰਤਰ ਅਗਨ ਨਾ ਗੁਰ ਬਿਨ ਬੂਝੈ, ਉਹ ਪੂਰ ਤਾਪਣਾ, ਇਹ ਇੱਕ ਹੁੰਦਾ ਵੀ ਰਾਤ ਵੇਲੇ ਜਿਹੜੇ ਇਹ ਸਨਾਤਨ ਧਰਮ ਦੇ ਵਿੱਚ ਰਾਤ ਵੇਲੇ ਕੀ ਕੀਤਾ ਜਾਂਦਾ ਸੀ, ਇਹ ਵੀ ਉਹਨਾਂ ਦੀ ਇੱਕ ਮਰਿਆਦਾ ਹੁੰਦੀ ਸੀ, ਕਿ ਉਹ ਬਹੁਤ ਵੱਡੇ ਘੇਰੇ ਦੇ ਵਿੱਚ ਅੱਗ ਬਾਲ ਲੈਂਦੇ ਸੀ, ਤੇ ਫਿਰ ਉਹ ਅੱਗ ਦੇ ਸੇਕ ਦੇ ਵਿੱਚ ਆਪਣਾ ਪਿੰਡਾ ਸਾੜਦੇ ਸੀ। ਉਹਨੂੰ ਕਹਿੰਦੇ ਪੂਰ ਤਾਪਣਾ। ਅੰਤਰ ਅਗਨ ਨਾ ਗੁਰ ਬਿਨ ਬੂਝੈ, ਬਾਹਰ ਪੂਰ ਤਾਪੈ। ਬਾਹਰ ਅੱਗ ਬਾਲ ਕੇ ਆਪਣਾ ਪਿੰਡਾ ਸਾੜੀ ਜਾਣਾ। ਤਿਆਗੀ ਬਣੇ ਹੋਏ ਮਨਮੁਖ ਬੰਦੇ ਦੇ ਅੰਦਰ ਦੀਆਂ ਅੱਗਾਂ ਅਕਾਲ ਪੁਰਖ ਦੀ ਬੰਦਗੀ ਤੋਂ ਬਿਨਾਂ ਕਦੇ ਵੀ ਬੁਝ ਨਹੀਂ ਸਕਦੀਆਂ, ਭਾਵੇਂ ਬਾਹਰ ਜਿੰਨੀਆਂ ਮਰਜ਼ੀ ਧੂਣੀਆਂ ਤਪਾ ਕੇ ਸਾਧਨਾ ਕਰ ਲਈ ਜਾਵੇ। ਅੰਤਰ ਅਗਨ, ਅੰਦਰ ਦੀ ਅੱਗ ਗੁਰੂ ਦੇ ਸ਼ਬਦ ਤੋਂ, ਗੁਰ ਬਿਨ ਜਿੱਥੇ ਨੰਨੇ ਨੂੰ ਔਂਕੜ ਆ ਗਿਆ, ਸਾਫ਼ ਹੈ, ਇੱਕ ਅਕਾਲ ਪੁਰਖ ਦੀ ਬੰਦਗੀ ਤੋਂ ਬਿਨਾਂ ਅੰਦਰ ਦੀ ਅੱਗ ਬੁਝਾਈ ਨਹੀਂ ਜਾ ਸਕਦੀ। ਬਾਹਰ ਜਿੰਨੇ ਮਰਜ਼ੀ ਪੂਰ ਤਾਪੀ ਜਾਓ, ਜਿੰਨੇ ਮਰਜ਼ੀ ਵੱਡੀਆਂ ਅੱਗਾਂ ਬਾਲ ਕੇ ਪਿੰਡੇ ਸਾੜੀ ਜਾਓ, ਗੁਰ ਸੇਵਾ ਬਿਨ ਭਗਤ ਨਾ ਹੋਵੀ, ਕਿਉਂ ਕਰ ਚੀਨਸ ਆਪੈ। ਫੈਸਲਾ ਕਹਿੰਦੇ, ਨਾਮ ਅਭਿਆਸ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਰੱਬ ਦੀ ਬੰਦਗੀ ਨਹੀਂ ਹੋ ਸਕਦੀ। ਸ਼ਬਦ ਤੋਂ ਬਿਨਾਂ, ਸ਼ਬਦ ਦੇ ਜਪਣ ਤੋਂ ਬਿਨਾਂ ਬੰਦਗੀ ਨਹੀਂ ਹੋ ਸਕਦੀ। ਫਿਰ ਇਸ ਨਾਮ ਜਪਣ ਦੀ ਮਰਿਆਦਾ ਨੂੰ ਤੂੰ ਭਾਈ ਕਿਉਂ ਨਹੀਂ ਧਾਰਨ ਕਰਦਾ, ਕਿਉਂ ਨਹੀਂ ਇਹਨੂੰ ਅਪਣਾਉਂਦਾ। ਗੁਰ ਸੇਵਾ ਬਿਨ ਭਗਤ ਨਾ ਹੋਵੀ, ਨਾਮ ਹਮਾਰੇ ਗੁਰ ਕੀ ਸੇਵ, ਨਾਮ ਹਮਾਰੇ ਪੂਜਾ ਦੇਵ। ਜਿੱਥੇ ਗੁਰ ਸੇਵਾ, ਉੱਥੇ ਸ਼ਬਦ ਦੇ ਜਪਣ ਦਾ ਹੀ ਜਿਹੜਾ ਜਪਣਾ ਲਿਸ਼ਾਰਾ ਹੈ, ਗੁਰ ਸੇਵਾ, ਕਿਉਂਕਿ ਨਾਮ ਨੂੰ ਹੀ ਸੇਵਾ ਮੰਨਿਆ ਗਿਆ। ਬਿਨ ਇੱਕ ਸੇਵਾ ਜਿਹੜੀ ਹੈ, ਇੱਕ ਅਕਾਲ ਪੁਰਖ ਦੇ ਨਾਮ ਜਪਣ ਦੀ, ਭਜਨ ਬੰਦਗੀ ਦੀ ਸੇਵਾ। ਗੁਰ ਸੇਵਾ ਬਿਨ ਭਗਤ ਨਾ ਹੋਵੀ, ਕਿਉਂ ਕਰ ਚੀਨਸ ਆਪੈ। ਨਾਮ ਜਪਣ ਤੋਂ ਬਿਨਾਂ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, ਔਰ ਆਪਣੇ ਆਤਮਿਕ ਜੀਵਨ ਨੂੰ ਪਛਾਣਿਆ ਨਹੀਂ ਜਾ ਸਕਦਾ।
ਆਤਮਿਕ ਜੀਵਨ ਦਾ ਨਿਰੀਖਣ ਨਹੀਂ ਕੀਤਾ ਜਾ ਸਕਦਾ। ਜਿਉਂ-ਜਿਉਂ ਭਗਤੀ ਕਰਾਂਗੇ ਤਿਉਂ-ਤਿਉਂ ਆਤਮ ਦਾ ਨਿਰੀਖਣ ਵੀ ਕਰਨਾ ਸਿੱਖ ਜਾਾਂਗੇ। ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਆਤਸ ਜਾਪੈ। ਮਨਮੁਖ ਬੰਦਾ ਪਾਪ ਬਿਰਤੀ ਕਰਕੇ ਗ੍ਰਸਤੀ ਦੀ ਨਿੰਦਾ ਕਰਦਾ, ਜਿਹਨੇ ਆਪ ਗ੍ਰਸਤੀ ਤਿਆਗ ਦਿੱਤੀ ਹੈ। ਨਿੰਦਾ ਕਰ ਕਰ ਨਰਕ ਨਿਵਾਸੀ, ਉਹ ਫਿਰ ਗ੍ਰਸਤੀ ਦੀ ਨਿੰਦਾ ਕਰਦਾ, ਪਰ ਅਸਲ 'ਚ ਨਿੰਦਾ ਕਰਨੀ ਰੱਬ ਦੇ ਹੁਕਮ ਵਾਲੇ ਪਾਸੇ ਨਾ ਲੱਗਣਾ। ਦੇਖੋ, ਨਿੰਦਾ ਕਰਨੀ, ਨਿੰਦਾ ਦਾ ਮਤਲਬ ਹੈ ਕਿ ਇੱਕ ਅਕਾਲ ਪੁਰਖ ਦਾ ਹੁਕਮ, ਨਾਮ ਅਭਿਆਸ ਹੈ, ਜਿਹੜਾ ਭਗਤੀ ਕਰਨਾ ਹੈ, ਜਿਹੜਾ ਸ਼ਬਦ ਦਾ ਅਭਿਆਸ ਕਰਨਾ ਹੈ, ਉਸ ਪਾਸੇ ਨਾ ਲੱਗਣਾ ਤੇ ਨਰਕਾਂ ਦਾ ਭਾਗੀ ਬਣ ਜਾਣਾ। ਸੋ ਜਿਹੜੇ ਬੰਦਗੀ ਵਾਲੇ ਪਾਸੇ ਨਹੀਂ ਲੱਗਦੇ ਉਹੀ ਨਿੰਦਕ ਨੇ। ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਆਤਸ ਜਾਪੈ। ਨਿੰਦਾ ਕਰਨ ਵਾਲੇ ਹੀ ਬੰਦਗੀ ਵਾਲੇ ਪਾਸੇ ਨਹੀਂ ਲੱਗਦੇ, ਉਹਨਾਂ ਨੂੰ ਹੀ ਨਿੰਦਕ ਕਿਹਾ। ਫਿਰ ਆਪਾਂ ਇਹਨੂੰ ਸਮਝੀਏ, ਫਿਰ ਮੈਂ ਇੱਕ ਰਿਪੀਟ ਕਰਦਾ, ਨਿੰਦਾ ਕਰ ਕਰ, 2 ਵਾਰੀ ਲਿਖਿਆ ਵੀ ਕਰਦੇ ਰਹਿੰਦੇ ਆ, ਇਹ ਉਹਨਾਂ ਦਾ ਸੁਭਾਅ ਬਣਿਆ ਹੁੰਦਾ। ਮਨਮੁਖ ਬੰਦਾ ਆਪਣੀ ਪਾਪ ਬਿਰਤੀ ਕਰਕੇ ਗ੍ਰਸਤੀ ਦੀ ਨਿੰਦਾ ਕਰੀ ਜਾਂਦਾ ਜਾਂ ਨਿੰਦਾ ਕਰੀ ਜਾਂਦਾ, ਪਰ ਅਸਲ 'ਚ ਨਿੰਦਾ ਕਰਨੀ ਹੁੰਦੀ ਹੈ ਵੀ ਰੱਬ ਦੇ ਹੁਕਮ ਵਾਲੇ ਪਾਸੇ, ਭਗਤੀ ਵਾਲੇ ਪਾਸੇ, ਬੰਦਗੀ ਵਾਲੇ ਪਾਸੇ ਨਾ ਲੱਗਣਾ ਤੇ ਨਰਕਾਂ ਦਾ ਭਾਗੀ ਬਣ ਜਾਣਾ। ਸੋ ਜਿਹੜੇ ਬੰਦੇ ਬੰਦਗੀ ਵਾਲੇ ਪਾਸੇ ਨਹੀਂ ਲੱਗਦੇ ਉਹ ਹੀ ਨਿੰਦਕ ਨੇ। 68 ਤੀਰਥ ਭਰਮ ਬਗੂਚੇ, ਕਿਉਂ ਮਲ ਧੋਪੈ ਪਾਪੈ। 68 ਤੀਰਥਾਂ ਦੀ ਯਾਤਰਾ ਕਰਕੇ ਵੀ ਮਨਮੁਖ ਤਿਆਗੀ ਖੁਆਰ ਹੀ ਹੁੰਦੇ। ਕਿਉਂ? ਕਿਉਂਕਿ ਤੀਰਥਾਂ ਦੇ ਦਰਸ਼ਨ ਪਾਪ ਬਿਰਤੀ ਨੂੰ ਖਤਮ ਨਹੀਂ ਕਰ ਸਕਦੇ, ਸੁਰਤੀ ਨਹੀਂ ਸਾਫ਼ ਹੋਣੀ। ਸਿੱਖੀ ਸੁਰਤੀ ਸਾਫ਼ ਭਾਲਦੀ ਹੈ। ਜੇ ਸਿੱਖ ਬਣਨਾ ਹੈ, ਬਾਬੇ ਨਾਨਕ ਦੇ ਫਲਸਫੇ ਨੂੰ ਸਮਝਣਾ, ਜੇ ਉਹਦੇ ਤੇ ਚੱਲਣਾ, ਤੇ ਸੁਰਤੀ ਤੁਹਾਡੀ ਸਾਫ਼ ਹੋਵੇ ਕਿਸੇ ਦੇ ਪ੍ਰਤੀ। ਇਸੇ ਕਰਕੇ ਦਇਆ, ਛਿਮਾ, ਤਨ ਪ੍ਰੀਤ ਹੈ ਨਾ, ਇਹ ਤਾਂ ਕਰਕੇ ਗੁਣ ਜਿਹੜੇ ਆ ਸਾਨੂੰ ਦੱਸੇ, ਅਸੀਂ ਇਹਨਾਂ ਗੁਣਾਂ ਦੇ ਧਾਰਨੀ ਹੋਣਾ। ਹੁਣ ਇੰਨੇ ਤੀਰਥਾਂ ਦੀ ਯਾਤਰਾ ਕਰਕੇ ਵੀ ਜੇਕਰ ਕੋਈ ਫਾਇਦਾ ਨਹੀਂ ਹੈ, ਜੇ ਫੇਰ ਵੀ ਭਰਮ ਦੇ ਵਿੱਚ ਹੀ ਰਹਿਣਾ, ਜੇ ਫੇਰ ਵੀ ਸਾਡੀ ਅੰਦਰ ਦੀ ਮੈਲ ਨਹੀਂ ਉਤਰਨੀ, ਤੀਰਥਾਂ ਦੇ ਦਰਸ਼ਨ ਕਰ ਕਰਕੇ, ਧੱਕੇ ਖਾ ਖਾ ਕੇ, ਫਿਰ ਫਾਇਦਾ ਕੀ ਆ ਉਹਦਾ? ਇਹ ਤੱਤ ਕੱਢੇ ਹੋਏ ਆ ਗੁਰਬਾਣੀ ਦੇ ਵਿੱਚ, ਬਈ ਇਹ ਕੰਮ ਨਾ ਕਰੋ। ਜਦੋਂ ਗੁਰੂ ਨੇ ਕਹਿਤਾ ਵੀ ਹਾਂ, ਵੀ ਇਹ ਜਿੱਦਾਂ ਇੱਕ ਸ਼ਬਦ ਆਉਂਦਾ ਰਾਮਾਨੰਦ ਸਵਾਮੀ ਜੀ, ਉਹ ਕਹਿੰਦੇ ਵੇਦ ਪੁਰਾਣ ਸਭ ਦੇਖੇ ਜੋਏ, ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਉੱਥੇ ਵੀ ਤੀਰਥਾਂ ਦੀ ਗੱਲ ਕੀਤੀ ਗਈ ਆ, ਉੱਥੇ। ਉਹ ਕਹਿੰਦੇ ਜੈ ਜਾਉ ਤੈ ਜਲ ਪਖਾਨ, ਕਹਿੰਦੇ ਹੈ ਕੀ ਉੱਥੇ? ਜਾਂ ਉੱਥੇ ਪਾਣੀ ਹੈ, ਸਰੋਵਰ ਨੇ, ਤੇ ਜਾਂ ਉੱਥੇ ਪੱਥਰ ਹੈ, ਬਿਲਡਿੰਗ ਬਣੀ ਹੈ ਪੱਥਰਾਂ ਦੀਆਂ, ਥੱਪਿਆ ਪੱਥਰ, ਸੰਗਮਰਮਰ। ਉਹ ਇੱਕੋ ਸ਼ਬਦ ਹੈ ਸਵਾਮੀ ਰਾਮਾਨੰਦ ਜੀ ਦਾ। ਉਹਨਾਂ ਨੇ ਵੀ ਹੱਥ ਖੜੇ ਕੀਤੇ ਨੇ ਅਖੀਰ ਚ, ਕਹਿੰਦੇ ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਵਿਕਲ ਭਰਮ ਕਾਟੇ ਮੋਰ। ਕਹਿੰਦੇ ਕੱਟੇ ਗਏ ਭਰਮ। ਹੁਣ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ, ਕਿਉਂਕਿ ਇਹ ਜਿਹੜਾ ਤੱਤ ਅਸੀਂ ਕੱਢਣ ਜਾ ਰਹੇ ਹਾਂ, ਇਹ ਗੁਰੂ ਨੇ ਪਹਿਲਾਂ ਹੀ ਕੱਢ ਕੇ ਸਾਨੂੰ ਦੱਸਿਆ ਕਿ ਤੀਰਥਾਂ ਦਾ ਤੀਰਥ ਹਮਰਾ ਹਰ ਕੋ ਨਾਮ, ਤੀਰਥ ਹਮਰਾ ਹਰ ਕੋ ਨਾਮ। ਮਹੱਲਾ ਪੰਜਵਾਂ। ਇੱਕ ਨਾਮ ਹੀ ਤੀਰਥ ਹੈ ਜਿਹਦੀ ਅਸੀਂ ਯਾਤਰਾ ਅੰਤਰਮੁਖੀ ਹੋ ਕੇ ਕਰਨੀ ਹੈ, ਭਾਵ ਬੰਦਗੀ ਕਰਨੀ ਹੈ, ਭਗਤੀ ਕਰਨੀ ਹੈ। ਤੀਰਥਾਂ ਤੇ ਜਾਣ ਨਾਲ ਇਹ ਜਿਹੜੀ ਪਾਪ ਬਿਰਤੀ ਹੈ, ਮਨ ਦੀ ਮੈਲ ਹੈ, ਇਹ ਖਤਮ ਨਹੀਂ ਹੋਣੀ।
ਸੋ ਸਿੱਖੀ ਜਿਹੜੀ ਹੈ ਇਹ ਸੁਰਤੀ ਸਾਫ਼ ਭਾਲਦੀ ਹੈ, ਸੁਰਤੀ ਚੰਗੀ ਹੋਣੀ ਚਾਹੀਦੀ ਹੈ, ਸੁਰਤੀ ਦੇ ਵਿੱਚ ਗੁਣ ਹੋਣੇ ਚਾਹੀਦੇ। ਹੁਣ ਬੰਦਾ ਕਹਿੰਦਾ ਬੰਦੇ ਨੂੰ ਬੜਾ ਸੰਤੋਖ ਹੈ, ਸੁਰਤੀ ਦੀ ਗੱਲ ਹੈ। ਸਰੀਰ ਤੋਂ ਨਹੀਂ ਪਤਾ ਲੱਗਾ ਵੀ ਕਿਤੇ ਹੱਥ ਨੂੰ ਸੰਤੋਖ ਚਿੰਬੜਿਆ ਜਾਂ ਹੱਥ ਦੇ ਉੱਤੇ ਸੰਤੋਖ, ਉਹ ਜਿੱਦਾਂ ਟੈਟੂ ਬਣਿਆ ਸੰਤੋਖ ਦਾ, ਏਦਾਂ ਨਹੀਂ, ਇਹ ਬਿਰਤੀ ਦੀ ਗੱਲ ਆ ਸਾਰੀ। ਇਸੇ ਕਰਕੇ ਮੁੜ ਕੇ ਰਹਾਓ ਤੇ ਕਹਿੰਦੇ ਬਾਬਾ ਐਸੀ ਰਵਤ ਰਵੈ ਸੰਨਿਆਸੀ। ਇਹ ਜਿਹੜੀਆਂ ਮਨਮੁਖ ਦਾ ਪ੍ਰੋਫਾਈਲ ਹੈ ਸੰਨਿਆਸੀ, ਇਹਦੇ ਬਿਲਕੁਲ ਵਿਪਰੀਤ ਹੋਵੇ। ਕਿਦਾਂ? ਗੁਰ ਕੈ ਸ਼ਬਦ ਏਕ ਲਿਵ ਲਾਗੀ, ਉਹ ਬਸ ਸ਼ਬਦ ਦਾ ਅਭਿਆਸ ਹੀ ਕਰਦਾ ਹੋਵੇ ਤੇ ਤੇਰੇ ਨਾਮ ਦੇ ਰੰਗ ਵਿੱਚ ਐਨ ਇੱਕ ਮਿਕ ਹੋਇਆ ਹੋਵੇ, ਲਿਵ ਲੱਗੀ ਹੋਏ, ਸਹਿਜ ਹੋਏ, ਸੰਤੋਖ ਹੋਏ, ਅਕਾਲ ਪੁਰਖ ਨਾਲ ਰਲਿਆ ਮਿਲਿਆ ਹੋਏ। ਹੋਰ ਅੱਗੇ ਚਲੀਏ। ਛਾਣੀ ਖਾਕ ਵਿਭੂਤੀ ਚੜਾਈ ਮਾਇਆ ਕਾ ਮਗ ਜੋ ਹੈ। ਇੱਕ ਤੁਹਾਨੂੰ ਦੱਸਦਾ, ਇਹ ਸ਼ਬਦ ਰਾਗੀਆਂ ਨੇ ਨਹੀਂ ਪੜ੍ਹਨੇ। ਇਹ ਰਾਗੀਆਂ ਦਾ ਜਿੰਨਾ ਮਰਜ਼ੀ ਉਹ ਸੁਣੀ ਜਾਓ ਕੀਰਤਨ, ਇਹ ਉਹਨਾਂ ਨੇ ਨਹੀਂ ਪੜ੍ਹਨੇ ਕਦੇ ਸ਼ਬਦ ਏਦਾਂ ਦੇ, ਕਿਉਂਕਿ ਇੱਕ ਲੰਬੇ ਹੁੰਦੇ ਨੇ, ਉਹਨਾਂ ਨੂੰ ਤਾਂ ਚਾਹੀਦਾ ਬਸ 5 7 8 ਮਿੰਟ ਸ਼ਬਦ ਖਤਮ ਕਰੋ ਬਸ ਫਟਾਫਟ ਪੜ੍ਹ ਕੇ। ਉਹ ਆਪਣੀ ਗਾਇਕੀ ਦਿਖਾਉਣ, ਤਾਂ ਹੀ ਉਹ ਤੇ ਰਾਗੀ ਬਣਦੇ ਆ। ਸਿਰਫ ਉਹ ਆਪਣੀ ਗਾਇਕੀ ਚਮਕਾ ਰਹੇ ਹੁੰਦੇ ਨੇ, ਬੜੇ ਧਿਆਨ ਨਾਲ ਗਾਉਣਾ ਪੈਂਦਾ ਉਹਨਾਂ ਨੂੰ, ਫਿਰ ਵਾਜੇ ਵਜਾਉਣੇ, ਤਬਲੇ ਸੈੱਟ ਕਰਨੇ, ਸਾਰਾ ਕੁਝ, ਹੈ ਨਾ। ਸੋ ਇਹ ਚੀਜ਼ਾਂ ਸੋਚਣੀਆਂ ਪੈਣਗੀਆਂ ਸਨ, ਮਾੜੀਆਂ ਨਹੀਂ ਆ। ਕੀਰਤਨ ਸੁਣਨਾ ਮਾੜਾ ਨਹੀਂ ਹੈ, ਤਬਲੇ ਵਾਜੇ ਵਜਾਉਣੇ ਮਾੜੇ ਨਹੀਂ ਹੈ, ਲੇਕਿਨ ਭਗਤੀ ਭਾਵ ਹੋਣਾ ਚਾਹੀਦਾ ਅੰਦਰ, ਨਾਮ ਅਭਿਆਸ ਹੋਣਾ ਚਾਹੀਦਾ। ਇਹੀ ਉਪਦੇਸ਼ ਉਹਨਾਂ ਨੂੰ ਆਪ ਪਹਿਲਾਂ ਅਮਲ, ਪ੍ਰਥਮੇ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਰਜਾਵੇ। ਪਹਿਲਾਂ ਬਾਬਾ ਕਹਿਤਾ, ਸਾਫ਼ ਕਹਿਤਾ ਬਾਬੇ ਨੇ, ਕਹਿੰਦੇ ਤੂੰ ਪਹਿਲਾਂ ਆਪਣਾ ਆਪ ਠੀਕ ਕਰ। ਪ੍ਰਥਮੇ ਮਨ ਪ੍ਰਬੋਧੇ ਆਪਣਾ, ਆਪਣੇ ਮਨ ਨੂੰ ਸਾਧ ਪਹਿਲਾਂ, ਫੇਰ ਤੂੰ ਬਣੀ ਕਥੋਗੜ ਵੱਡਾ, ਤੂੰ ਕਥਾ ਵਾਚਕ ਜਾਂ ਹੋਰ ਲੈਕਚਰਾਰ, ਫੇਰ ਬਣੀ। ਸੋ ਇੱਥੇ ਆਈਏ ਆਪਾਂ, ਛਾਣੀ ਖਾਕ ਵਿਭੂਤ ਚੜਾਈ। ਆ ਦੇਖਿਓ ਹੁਣ ਕੀ ਗੱਲ ਹੋਣ ਲੱਗੀ ਹੈ। ਪਿੰਡੇ ਤੇ ਸਵਾਹ ਮਲਣਾ ਰੇਤ ਛਾਨਣ ਦੇ ਬਰਾਬਰ ਹੈ, ਉਹਦਾ ਕੋਈ ਫਾਇਦਾ ਨਹੀਂ ਹੈ। ਇਹ ਅੰਡਰਸਟੂਡ ਆ, ਬੜੀ ਸੌਖੀ ਗੱਲ ਆ, ਆਪਾਂ ਬੜੀ ਰਿਪੀਟ ਕਰਕੇ ਆਏ ਆ ਆਪਣੇ ਸ਼ਬਦਾਂ ਦੇ ਵਿੱਚ। ਲੋਕ ਵਿਖਾਵੇ ਲਈ ਇਹ ਵੀ ਮਾਇਆ ਦੇ ਵਿੱਚ ਫਸਣ ਦਾ ਇੱਕ ਰਸਤਾ ਹੀ ਹੈ, ਵਿਭੂਤੀਆਂ ਲਾਉਣ ਦਾ। ਉਹ ਇੱਕੋ ਗੱਲ ਆ, ਹੁਣੇ ਸ਼ਬਦ ਪੜ੍ਹ ਕੇ ਹਟਿਆ, ਨਾਮ ਵਿਭੂਤ ਲਗਾਓ। ਸਾਨੂੰ ਵਿਭੂਤੀ ਚਾਹੀਦੀ ਹੈ, ਲੇਕਿਨ ਨਾਮ ਦੀ ਚਾਹੀਦੀ ਹੈ, ਬਸ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਹਾਥੀ ਦੇ ਪੈਰ 'ਚ ਸਾਰੇ ਪੈਰ ਆ ਜਾਂਦੇ। ਕਹਿੰਦੇ ਛਾਣੀ ਖਾਕ ਵਿਭੂਤ ਚੜਾਈ, ਸਵਾਹ ਮਲ ਲਈ, ਪਰ ਉਹ ਰੇਤ ਛਾਨਣ ਦੇ ਬਰਾਬਰ ਹੋ ਗਈ। ਮਾਇਆ ਕਾ ਮਗ ਜੋ ਹੈ, ਕਹਿੰਦੇ ਇਹ ਵੀ ਇੱਕ ਮਾਇਆ ਦੇ ਵਿੱਚ ਫਸਣ ਦਾ ਰਸਤਾ ਹੀ ਹੈ। ਅੰਤਰ ਬਾਹਰ ਏਕ ਨਾ ਜਾਣੇ, ਸਾਚ ਕਹੇ ਤੇ ਛੋ ਹੈ। ਮਨਮੁਖ ਬੰਦੇ ਕਦੇ ਵੀ ਉਸ ਸਰਬ ਵਿਆਪਕ ਪ੍ਰਭੂ ਨੂੰ, ਅਕਾਲ ਪੁਰਖ ਨੂੰ ਅੰਦਰ ਬਾਹਰ ਨਹੀਂ ਸਮਝਦੇ, ਨਾ ਅੰਦਰ ਨਾ ਬਾਹਰ। ਜੇ ਉਸ ਮਨਮੁਖ ਬੰਦੇ ਨੂੰ ਜਾਂ ਮਨਮੁਖ ਬਿਰਤੀ ਵਾਲੇ ਬੰਦੇ ਨੂੰ ਨਾਮ ਜਪਣ ਲਈ ਕਿਹਾ ਵੀ ਜਾਵੇ ਤਾਂ ਉਹ ਖਿੱਚਦਾ ਹੈ, ਭਾਵ ਨਾਮ ਜਪਣ ਤੋਂ ਮੁਨਕਰ ਹੋ ਜਾਂਦਾ। ਹੁੰਦੇ ਆ ਕਈ ਆਪਾਂ ਦੇਖਦੇ ਹੀ ਆ। ਹੁਣ ਆਪਾਂ ਆਪਣੀ ਲਾਈਨ 'ਚ ਹੀ ਦੇਖਾਂਗੇ ਨਾ, ਗੱਲ ਤਾਂ ਕਰਨੀ ਪੈਂਦੀ। ਆਪਾਂ ਧਾਰਮਿਕ ਬੰਦੇ ਅਸੀਂ ਕਿੱਥੇ ਜਾਣਾ? ਗੁਰਦੁਆਰੇ। ਉੱਥੇ ਦੇਖਾਂਗੇ ਨਾ ਉਹਨਾਂ ਨੂੰ ਵੀ ਇਹ ਕਰਦੇ ਕੀ ਆ, ਪਰ ਉਹ ਦੇਖਾਂਗੇ ਤਾਂ ਪ੍ਰਥਮੇ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਰਜਾਵੇ। ਪਹਿਲਾਂ ਆਹ ਚੀਜ਼ ਸਾਡੇ ਅੰਦਰ, ਸਾਡੀ ਅਵਸਥਾ ਹੋਏ, ਕੋਈ ਗੱਲ ਤਾਂ ਹੋਏ ਨਾ ਅੰਦਰ, ਕੋਈ ਚੀਜ਼ ਹੋਏ ਅੰਦਰ, ਤਾਂ ਹੀ ਫਿਰ ਆਪਾਂ ਇਹ ਸਾਰਾ ਕੁਝ ਲੱਭ ਸਕਾਂਗੇ ਵੀ ਭਾਈ ਆ ਬਾਣੀ 'ਚ ਤਾਂ ਏਦਾਂ ਲਿਖਿਆ ਨਹੀਂ ਹੈ, ਇਹ ਤੁਸੀਂ ਉਪਦੇਸ਼ ਦੇਈ ਜਾਂਦੇ ਹੋ, ਜਾਂ ਹੋਰ ਬਸ ਸਿੰਪਲ ਕਿ ਆਪਣਾ ਜੋ ਵੀ ਅਸੀਂ ਸੁਣੀਏ ਉਹਨੂੰ ਆਪਾਂ, ਜੇ ਸਾਨੂੰ ਆਪ ਗਿਆਨ ਹੋਊਗਾ ਫਿਰ ਆਪਾਂ ਕਹਿ ਸਕਦੇ ਹਾਂ ਵੀ ਇਹ ਗੱਲ ਨਾਮ ਅਭਿਆਸ ਦੀ ਕੀਤੀ ਜਾ ਰਹੀ ਹੈ। ਹੁਣ ਅੱਜ ਕੱਲ੍ਹ ਕਈ ਪ੍ਰਚਾਰਕ ਨੇ, ਜਿਵੇਂ ਫੋਰ ਐਗਜ਼ਾਮਪਲ ਮੈਂ ਦੇਣ ਲੱਗਾ ਸੀ, ਵੀ ਉਹ ਨਾਮ ਦੀ ਗੱਲ ਹੀ ਨਹੀਂ ਕਰਦੇ। ਉਹ ਕਹਿੰਦੇ ਬਸ
ਨਾਮ ਜਪਣ ਦੀ ਲੋੜ ਨਹੀਂ ਹੈ। ਇਹ ਇੱਕ ਕਰਮਕਾਂਡ ਹੀ ਹੈ, ਇਹ ਤੋਤਾ ਰੱਟਣੀ ਹੈ। ਬੜੇ ਲਫ਼ਜ਼ ਜਿਹੜੇ ਭੱਦੇ ਸ਼ਬਦਾਵਲੀ ਯੂਜ਼ ਕਰਦੇ ਆ, ਕਈ ਸਟੇਜਾਂ ਤੇ ਕਰਦੇ ਆ, ਗੁਰੂ ਘਰ ਚ ਮਹਾਰਾਜ ਦੀ ਹਜ਼ੂਰੀ ਚ ਬੈਠ ਕੇ ਕਰਦੇ, ਪਰ ਉਹ ਹੁਣ ਸਾਰੀ ਦੁਨੀਆ ਨੂੰ ਨਹੀਂ ਆਪਾਂ ਢਾ ਸਕਦੇ। ਆਪਾਂ ਸਿਰਫ ਆਪਣੇ ਮਨ ਨੂੰ ਹੀ ਢਾਲ ਸਕਦੇ ਹਾਂ ਬਾਣੀ ਦੇ ਅਕੋਰਡਿੰਗਲੀ। ਅੰਤਰ ਬਾਹਰ ਏਕ ਨਾ ਜਾਣੇ, ਸਾਚ ਕਹੈ ਤਿਛੋ ਹੈ। ਜੇ ਉਹਨਾਂ ਨੂੰ ਨਾਮ ਜਪਣ ਲਈ ਕਿਹਾ ਵੀ ਜਾਵੇ, ਦੱਸਿਆ ਵੀ ਜਾ, ਉਹ ਫਿਰ ਖਿੱਚ ਜਾਂਦੇ ਆ। ਅੱਛਾ, ਖਿੱਚ ਜਾਂਦੇ ਆ, ਫਿਰ ਕੀ ਕਰਦੇ ਆ? ਪਾਠ ਪੜ੍ਹੈ ਮੁਖ ਝੂਠੋ ਬੋਲੇ। ਫਿਰ ਉਹ ਪਾਠ ਕਰ, ਕਹਿੰਦੇ ਜੀ ਪਾਠ ਕਰੋ। ਤਾਈਓ ਤੇ ਲੋਕ ਕਹਿੰਦੇ ਆ ਵੀ ਜਪਜੀ ਸਾਹਿਬ ਦੇ 5 ਪਾਠ ਕਰੋ, ਸੁਖਮਨੀ ਸਾਹਿਬ ਦੇ 40 ਪਾਠ ਕਰੋ 40 ਦਿਨਾਂ ਚ। ਕਹਿੰਦੇ ਨਹੀਂ, ਮੂਲ ਮੰਤਰ ਦੇ ਪਤਾ ਨਹੀਂ 55 ਕੇ ਕਿੰਨੇ ਦੱਸਦੇ, 67 ਕੇ 68 ਪਾਠ ਕਰ ਲਓ। ਉਹ 108 ਸੱਚੋ ਮਾਲਾ ਨਾਰ ਫੇਰੀ ਜਾਓ ਤੇ ਉਹ ਇੱਕ ਇੱਕ ਮਣਕਾ ਕੱਢੀ ਜਾਓ ਤੇ 108 ਮੂਲ ਮੰਤਰ ਦੇ ਪਾਠ ਕਰੀ ਜਾਓ। ਪਾਠ ਪੜਿਆ ਮੁਖ ਝੂਠੋ ਬੋਲੇ। ਉਹ ਬਿਰਤੀ ਜਾਣੀ ਨਹੀਂ ਹੈ। ਪਾਠ ਜਿੰਨਾ ਮਰਜ਼ੀ ਹੋ ਜਾਏ, ਬਿਰਤੀ ਜਾਣੀ ਨਹੀਂ ਹੈ, ਕਿਉਂਕਿ ਪਾਠ ਦੇ ਨਾਲ ਨਾਲ ਤੁਹਾਨੂੰ ਐਡ ਕਰਨਾ ਪਊ, ਪਾਠ ਤੇ ਅਮਲ ਕਰਨਾ। ਹੁਣ ਆਹ ਗੱਲ ਸਮਝੋ, ਪਾਠ ਕਰਨਾ, ਬਾਣੀ ਪੜ੍ਹਨੀ ਮਾੜੀ ਨਹੀਂ ਹੈ। ਹਾਂ, ਉਹ ਚੀਜ਼ ਜਿਹੜੀ ਤੁਸੀਂ ਕਰਨ ਲੱਗੇ ਹੋ ਕਿ ਸਾਡਾ ਟਾਈਮ ਸਫਲਾ ਹੋਵੇ, ਉਹ ਸਫਲ ਉਦੋਂ ਹੋਊਗਾ ਵੀ ਜਿਹੜਾ ਪਾਠ ਤੁਸੀਂ ਪੜ੍ਹ ਰਹੇ ਹੋ ਉਹਦੇ ਨਾਲ ਨਾਲ ਉਹਨੂੰ ਅਮਲ ਚ ਵੀ ਲੈ ਆਓ। ਪਾਠ ਪੜ੍ਹੈ ਮੁਖ ਝੂਠੋ ਬੋਲੇ, ਨਿਗੁਰੇ ਕੀ ਮਤ ਉਹ ਹੈ। ਨਿਗੁਰਾ, ਇਹ ਹੁਣ ਇੱਕ ਘੈਂਟ ਚੀਜ਼ ਸਾਡੇ ਕੋਲ ਆਈ ਆ, ਐਟਮ ਬੰਬ ਆਇਆ ਵੀ ਨਿਗੁਰਾ ਕੀ ਹੈ। ਨਿਗੁਰਾ ਕੌਣ ਹੈ? ਨਿਗੁਰਾ ਉਹੀ ਹੈ ਜਿਹਦਾ ਅਕਾਲ ਪੁਰਖ ਤੇ ਭਰੋਸਾ ਹੀ ਨਹੀਂ, ਪ੍ਰਤੀਤ ਹੀ ਨਹੀਂ। ਉਹ ਧਾਰਮਿਕ ਪੁਸਤਕਾਂ ਦਾ ਪਾਠ ਤਾਂ ਕਰਦਾ, ਪਰ ਉਹ ਝੂਠ ਜਾਂ ਠੱਗੀ ਠੋਰੀ ਦਾ ਸੁਭਾਅ ਨਹੀਂ ਛੱਡਦਾ। ਉਹ ਸ਼ੁਰੂ ਚ ਗੱਲ ਆਈ ਸੀ ਨਾ ਵੀ ਮਨਮੁਖ ਬੰਦਾ ਠੱਗੀ ਠੋਰੀ ਵਾਲਾ ਆਪਣਾ ਜਿਹੜਾ ਉਹ ਮਨਮੁਖ ਲਹਿਰ ਘਰ ਤੇ ਜਾਏ, ਵਿਗੂਚੇ ਅਵਰਾ ਕੇ ਘਰ ਹੀਰਾ। ਹੋਰਾਂ ਦੇ ਘਰ ਜਿਹੜਾ ਉਹ ਤੱਕਦਾ ਫਿਰਦਾ ਹੈ ਨਾ। ਗ੍ਰਹਿ ਧਰਮ ਗਵਾਏ ਸਤਿਗੁਰ ਨਾ ਭੇਟਾ, ਦੁਰਮਤ ਘੁੰਮਣ ਘੇਰਿਆ। ਉਹ ਸਾਰਾ ਸਾਰਾ ਜਿਹੜਾ ਸ਼ਬਦ ਹੈ, ਇਹ ਜਿਹੜੇ ਪਦੇ ਚੱਲਦੇ ਨੇ ਰਹਾਉ ਦੇ ਆਲੇ ਦੁਆਲੇ, ਇਹ ਸਾਰੇ ਰਿਲੇਟਿਡ ਨੇ ਆਪਸ ਚ। ਤਾਂ ਇੱਕ ਇੱਕ ਸ਼ਬਦ ਨੂੰ ਟਾਈਮ ਦਿੱਤਾ ਜਾਵੇ। ਜਿਹੜਾ ਵੀ ਬੰਦਾ ਇਹ ਸਹਿਜ ਪਾਠ ਕਰੇ ਜਾਂ ਆਪਣਾ ਪਾਠ ਕਰੇ, ਬਹਿ ਕੇ ਇੱਕ ਸ਼ਬਦ ਨੂੰ ਪੂਰਾ ਟਾਈਮ ਦਿਓ, ਔਰ ਇੱਕ ਪਦੇ ਨੂੰ ਦੂਜੇ ਪਦੇ ਨਾਲ ਰਿਲੇਟ, ਫਿਰ ਉਹਨਾਂ ਪਦਿਆਂ ਨੂੰ ਰਹਾਉ ਦੇ ਨਾਲ ਰਿਲੇਟ। ਉਹ ਆਪੇ ਸਮਝ ਆਈ ਜਾਊਗੀ ਇਸ ਚੀਜ਼ ਦੀ, ਕਿੱਦਾਂ ਹਰ ਪਦਾ ਰਹਾਉ ਦੇ ਵਿੱਚ ਜਾ ਕੇ ਐਨ ਸਮਾ ਜਾਂਦਾ। ਦੇਖਿਓ ਹੁਣ, ਛਾਣੀ ਖਾਕ ਵਿਭੂਤ ਚੜਾਈ, ਮਾਇਆ ਕਾ ਮਗ ਜੋ ਹੈ, ਅੰਤਰ ਬਾਹਰ ਏਕ ਨਾ ਜਾਣੇ, ਸਾਚ ਕਹੈ ਤਿਛੋ ਹੈ। ਪਾਠ ਪੜੈ ਮੁਖ ਝੂਠੋ ਬੋਲੇ। ਉਹ ਮਨਮੁਖੀ ਆ ਜੇ, ਭਾਵੇਂ ਪਾਠ ਕਰੀ ਜਾ ਰਿਹਾ ਪਰ ਬੰਦਾ ਮਨਮੁਖ ਹੈ, ਕਿਉਂਕਿ ਉਹ ਅਮਲ ਨਹੀਂ ਕਰ ਰਿਹਾ। ਇਹ ਕੁਆਲਿਟੀ ਉਹਦੀ ਚੱਲ ਰਹੀ ਆ ਜੇ। ਨਿਗੁਰਾ ਵੀ ਕਹਿਤਾ ਉਹਨੂੰ ਨਾਲ, ਕਹਿੰਦੇ ਨਿਗੁਰੇ ਕੀ ਮਤ ਉਹ ਹੈ। ਨਿਗੁਰਾ ਕੌਣ? ਜਿਹਦਾ ਅਕਾਲ ਪੁਰਖ ਤੇ ਭਰੋਸਾ ਹੀ ਨਹੀਂ। ਉਹ ਪਾਠ ਤੇ ਕਰ ਰਿਹਾ, ਉੱਚ ਪੜ੍ਹੀ ਵੀ ਜਾ ਰਿਹਾ, ਨਾਮ ਜਪੋ ਮੇਰੇ ਸਾਜਨ ਸੈਨਾ, ਪਰ ਉਹ ਨਾਮ ਜਪਣ ਤੇ ਆਉਂਦਾ ਨਹੀਂ। ਕਹਿੰਦਾ ਨਹੀਂ ਨਹੀਂ, ਇਹ ਤੇ ਨਾਮ ਹੈ ਬਸ ਜੀ, ਇਹ ਕੁਦਰਤ ਆਪਣਾ ਕਈ ਗੱਲਾਂ ਉਹ ਹੁਣ ਕਰਦੇ ਚੰਗੇ ਨਹੀਂ ਲੱਗਦੇ, ਆਪਣਾ ਮਨ ਹੀ ਨਹੀਂ ਕਰਦਾ ਕਰ। ਸਿਰਫ ਇੱਕੋ ਗੱਲ, ਨਾਮ ਜਪਣਾ। ਅੱਗੇ ਦੇਣ ਲੱਗੇ ਹੁਣ ਫੈਸਲਾ। ਆ ਦੇਖਿਓ, ਪਾਠ ਪੜ੍ਹਿਆ ਮੁਖ ਝੂਠੋ ਬੋਲੇ, ਨਿਗੁਰੇ ਕੀ ਮਤ ਉਹ ਹੈ। ਨਿਗੁਰਾ ਬੰਦਾ ਵੀ ਹੋ, ਨਿਗੁਰਾ ਵੀ ਪਾਠ ਕਰਦਾ, ਮਨਮੁਖ ਵੀ ਪਾਠ ਕਰਦਾ। ਮਨਮੁਖ ਵੀ ਡਰੈਸਾਂ ਪਾ ਕੇ ਤੁਹਾਨੂੰ ਭਰਮਾ ਸਕਦਾ, ਮਨਮੁਖ ਵੀ ਤੁਹਾਨੂੰ ਕਥਾ ਸੁਣਾ ਸਕਦਾ, ਜਿਹਦੀ ਪ੍ਰਤੀਤ ਨਾ ਹੋ ਅਕਾਲ ਪੁਰਖ ਤੇ, ਜਿਹਦਾ ਭਰੋਸਾ ਨਾ ਹੋ। ਕਿਉਂ? ਨਾਮ ਨਾ ਜਪੇ ਕਿਉਂ ਸੁਖ ਪਾਵੇ, ਬਿਨ ਨਾਮੈ ਕਿਉਂ ਸੋ ਹੈ। ਜੋ ਨਾਮ ਨਹੀਂ ਜਪਦੇ, ਸ਼ਬਦ ਦਾ ਅਭਿਆਸ ਨਹੀਂ ਕਰਦੇ, ਉਹਨਾਂ ਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਕਦੇ ਨਹੀਂ ਹੋ ਸਕਦੀ। ਉਹਨਾਂ ਦਾ ਜੀਵਨ ਸੁਚੱਜਾ ਹੋ ਹੀ ਨਹੀਂ ਸਕਦਾ। ਜੀਵਨ ਸੁਚੱਜਾ ਹੋ ਹੀ ਨਹੀਂ ਸਕਦਾ। ਮਨਮੁਖ ਬੰਦਾ, ਪਹਿਲਾਂ ਆਪਾਂ ਪੜ੍ਹਿਆ ਕਿ ਗ੍ਰਸਤ ਨਿਭਾਉਣ ਦਾ ਫਰਜ਼ ਛੱਡ ਦਿੰਦਾ।
ਆ ਦੇਖੋ ਸ਼ੁਰੂ ਦੇ ਵਿੱਚ ਪਹਿਲੇ ਚ ਇਹ ਸਾਰਾ ਕੁਝ ਪਹਿਲੇ ਅੱਛਾ ਹੋਰ ਇੱਕ ਦੇਖੋ ਫਾਰਮੂਲਾ ਵੀ, ਜਿਹੜੀ ਰਹਾਓ ਤੋਂ ਪਹਿਲੀ ਤੁਕ ਹੋਊਗੀ ਉਹ ਬਹੁਤ ਉੱਚ ਕੋਟੀ ਦੀ ਹੋਊਗੀ, ਉਹਦਾ ਜ਼ਿਕਰ ਸਾਰੇ ਸ਼ਬਦ ਚ ਚੱਲੂਗਾ। ਆ ਦੇਖੋ ਪਹਿਲਾ ਪਦਾ ਕੀ ਕਹਿ ਰਿਹਾ, ਮਨਮੁਖ ਲਹਿਰ ਘਰ ਤਜੈ ਵਿਗੁਚੇ ਅਵਰਾ ਕੀ ਕਰ ਹੀ ਰਹਿ, ਗ੍ਰਹਿ ਧਰਮ ਗਵਾਏ ਸਤਿਗੁਰ ਨਾ ਭੇਟੈ, ਦੁਰਮਤ ਘੁੰਮਨ ਘੇਰੈ, ਦਿਸੰਤਰ ਭਵੈ ਪਾਠ ਪੜ, ਥਾਕਾ ਤ੍ਰਿਸ਼ਨਾ ਹੋਏ ਵਧੇਰੈ। ਮਨਮੁਖ ਬੰਦਾ ਆਪਣਾ ਘਰ ਗ੍ਰਸਤੀ ਦਾ ਜਿਹੜਾ ਫਰਜ਼ ਹੈ ਤਿਆਗ ਦਿੰਦਾ, ਫਿਰ ਰੱਬ ਦੀ ਬੰਦਗੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਘਰ ਛੱਡ ਕੇ ਗ੍ਰਸਤ ਤੋਂ ਮੁਨਕਰ ਹੋ ਕੇ ਭਗਤੀ ਕੀਤੀ ਨਹੀਂ ਜਾ ਸਕਦੀ। ਬਾਬੇ ਨਾਨਕ ਦਾ ਰਾਹ ਹੀ ਨਹੀਂ ਹੈ, ਖਤਮ ਬਾ, ਫੈਸਲਾ ਹੀ ਦੇ ਦਿੱਤਾ ਉਹਨਾਂ ਨੇ। ਸੋ ਮਤ ਸਮਝੋ ਵੀ ਜਿਹੜਾ ਇਹਨੂੰ ਕਹਿੰਦੇ ਜੀ, ਇਹ ਸਨਾਤਨ ਚ ਕਹਿੰਦੇ ਜੀ ਬ੍ਰਹਮਚਾਰੀ ਹੈ ਜੀ, ਇਹ ਬਾਬਾ ਜੀ ਬ੍ਰਹਮਚਾਰੀ ਹੈ। ਸਾਡੇ ਵੀ ਆ ਬੜੇ ਅੱਜ ਕੱਲ ਹੈ, ਪਰ ਫਿਰ ਉਹੀ ਗੱਲ ਹੈ ਵੀ ਗੱਲ ਕਰਨ ਨੂੰ ਜੀ ਨਹੀਂ ਕਰਦਾ। ਨਾਮ ਨਾ ਜਪਈ ਕਿਉਂ ਸੁਖ ਪਾਵੈ, ਬਿਨ ਨਾਵੇਂ ਕਿਉਂ ਸੋ ਹੈ। ਉਹ ਤੂੰ ਇੱਜ਼ਤਾਂ ਭਾਲਦਾ, ਅਕਾਲ ਪੁਰਖ ਦੇ ਦਰ ਦੀਆਂ ਗੱਲਾਂ ਕਰਦਾ, ਉੱਥੇ ਤੂੰ ਕਿੱਦਾਂ ਤੂੰ ਇੱਜ਼ਤਾਂ ਭਾਲਦਾ, ਕਿਉਂ ਉੱਥੇ ਕਿੱਦਾਂ ਤੈਨੂੰ ਨਾਮ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਇਬਾਦਤ ਤੋਂ ਬਿਨਾਂ ਕਿੱਦਾਂ ਤੈਨੂੰ ਉੱਥੇ ਪੱਤ ਮਿਲੇਗੀ। ਬਿਨ ਨਾਵੇਂ ਕਿਉਂ ਸੋ ਹੈ, ਕਿੱਦਾਂ ਤੇਰਾ ਜੀਵਨ ਸੁਚੱਜਾ ਹੋ ਸਕਦਾ। ਫੈਸਲਾ ਦੇਤਾ ਨਹੀਂ ਹੋ ਸਕਦਾ। ਫਿਰ ਰਹਾਓ ਕੀ ਕਹਿੰਦਾ, ਬਾਬਾ ਐਸੀ ਰਵਤ ਰਵੈ ਸੰਨਿਆਸੀ। ਉਹ ਕਹਿੰਦੇ ਇਹਦੇ ਤੋਂ ਵਿਪਰੀਤ ਆ, ਇਹਦੇ ਤੋਂ ਜਿਹੜਾ ਚੀਜ਼ਾਂ ਜਿਹੜਾ ਪ੍ਰੋਫਾਈਲ ਤੇਰਾ ਖਿੱਚ ਰਿਹਾ ਹੈ, ਕਹਿੰਦੇ ਤੂੰ ਇੱਧਰ ਨੂੰ ਆ। ਅਸਲ ਸੰਨਿਆਸੀ ਉਹ ਹੈ ਜਿਹੜਾ ਏਦਾਂ ਦਾ ਜੀਵਨ ਜੀਵੇ ਵੀ ਇੱਕ ਅਕਾਲ ਪੁਰਖ ਦੇ ਸ਼ਬਦ ਦਾ ਅਭਿਆਸ ਕਰੇ, ਨਾਮ ਜਪੇ, ਭਗਤੀ ਕਰੇ, ਬੰਦਗੀ ਕਰੇ, ਔਰ ਉਹ ਬੰਦਗੀ ਕਰ ਕਰਕੇ ਮਨ ਨੂੰ ਐਸਾ ਸਾਧ ਲਏ ਕਿ ਮਨ ਉਸ ਇੱਕ ਅਕਾਲ ਪੁਰਖ ਦੇ ਰੰਗ ਦੇ ਵਿੱਚ ਰੰਗਿਆ ਜਾਵੇ, ਪੱਕੇ ਤੌਰ ਤੇ ਅਕਾਲ ਪੁਰਖ ਦੇ ਵਿੱਚ ਹੀ ਸਮਾ ਜਾਵੇ। ਪਤਾ ਨੰਬਰ 5 ਕਹਿੰਦੇ, ਮੂੰਡ ਮੁੰਡਾਏ ਜਟਾ ਸਿੱਖ ਬਾਧੀ, ਮੋਨ ਰਹਿ ਅਭਮਾਨਾ। ਮਨਮੁਖ ਭੇਖੀ ਕਰਮਕਾਂਡੀ ਉਹ ਕੀ ਕਰਦੇ ਸੀ, ਸਿਰ ਮਨਾ ਲੈਂਦੇ ਸੀ। ਜੇ ਸਿਰ ਨਹੀਂ ਸੀ ਮਨਾਉਂਦੇ ਫਿਰ ਕੀ ਕਰਦੇ ਸੀ, ਜਟਾਂ ਦਾ ਜੋੜਾ ਬਣਾ ਲੈਂਦੇ ਸੀ, ਵਾਲ ਲੰਬੇ ਲੰਬੇ ਕਰ ਲੈਣੇ ਉਹਨਾਂ ਨੇ, ਸਾਧਨਾ ਹੋ ਆਯੁਰਵੇਦਿਕ ਵਰਤ ਕੇ। ਫਿਰ ਉਹਨਾਂ ਨੂੰ ਵਾਹੁਣਾ ਨਾ ਕਦੇ, ਉਹ ਗੰਦਮੰਦ ਜੋ ਫਸੀ ਜਾਣਾ, ਉਹ ਮੋਟੀਆਂ ਜਟਾਂ ਬਣ ਜਾਣੀਆਂ। ਫਿਰ ਉਹ ਜਟਾਂ ਦਾ ਇੰਨਾ ਉਹ ਵੱਡਾ ਸਾਰਾ ਜੂੜਾ ਬਣਾ ਲੈਂਦੇ ਸੀ ਸਿਰ ਦੇ ਉੱਤੇ। ਫਿਰ ਮੌਨ ਧਾਰ ਕੇ ਇਸ ਭੇਖ ਦਾ ਮਾਣ ਕਰਦੇ ਸੀ ਕਿ ਅਸੀਂ ਬੜੀ ਵੱਡੀ ਸਾਧਨਾ ਕਰ ਰਹੇ ਹਾਂ, ਅਸੀਂ ਬੜੀ ਵੱਡੀ ਸਾਧਨਾ ਕਰ ਰਹੇ ਹਾਂ। ਏਦਾਂ ਹੀ ਮਾਣ ਕਰਦੇ ਆ ਸਾਰੇ ਜਿਹੜੇ ਚਿੱਟੇ ਚਿਨਕੇ ਕੱਪੜੇ, ਮੈਲੇ ਚਿੱਤ ਕਠੋਰ ਜੀਓ, ਅਸੀਂ ਬ੍ਰਹਮਚਾਰੀਆਂ, ਅਸੀਂ ਨੋਰਮਲ ਜਿਹੜਾ ਵਿਅਕਤੀ ਦਾ ਜੀਵਨ ਹੈ ਉਹ ਅਸੀਂ ਤਿਆਗਿਆ ਹੋਇਆ ਤੇ ਅਸੀਂ ਖਾਸ ਜੀਵਨ ਜੀਉ ਰਹੇ ਹਾਂ। ਉਹ ਬੜਾ ਹੀ ਮਾਣ ਹੁੰਦਾ ਉਹਨਾਂ ਨੂੰ ਇਸ ਗੱਲ ਦਾ। ਪਰ 0 ਆਊਟ ਆਫ 100, 0, ਕਿਉਂਕਿ ਬਾਬੇ ਨਾਨਕ ਨੇ ਫੈਸਲਾ ਦਿੱਤਾ ਇੱਥੇ, ਬਿਨ ਨਾਵੇਂ ਕਿਉਂ ਸੋ ਹੈ, ਨਾਮ ਨਾ ਜਪਈ ਕਿਉਂ ਸੁਖ ਪਾਵੇ, ਬਿਨ ਨਾਵੇਂ ਕਿਉਂ ਸੋ ਹੈ। ਕਿਉਂਕਿ ਅਭਿਮਾਨ ਨਹੀਂ ਜਾਣਾ ਅੰਦਰੋਂ। ਵਾਲ ਮਨਾ ਲਓ, ਲੰਮੇ ਕਰਕੇ ਜਟਾਵਾਂ ਬਣਾ ਲਓ, ਉਹਨਾਂ ਦਾ ਫਿਰ ਜੂੜਾ ਬਣਾ ਕੇ ਸਿਰ ਤੇ, ਫਿਰ ਉਹ ਬੰਦਾ ਕਹਿੰਦਾ ਵੀ ਮੈਂ ਵੱਖਰਾ, ਮੈਂ ਆਹ ਚੀਜ਼ ਤਿਆਗੀ ਆ, ਉਹਦਾ ਫਿਰ ਹੰਕਾਰ ਕਰੀ ਜਾਣਾ, ਬੜੀ ਵੱਡੀ ਸਾਧਨਾ ਕਰ ਰਹੇ ਹਾਂ ਜੀ। ਅੱਛਾ, ਮਨੁਆ ਡੋਲੇ ਦਹਿ ਦਿਸਤਾਵੈ, ਬਿਨ ਰਤ ਆਤਮ ਗਿਆਨਾ। ਆਤਮਕ ਤੌਰ ਤੇ ਅਕਾਲ ਪੁਰਖ ਦੇ ਰੰਗ ਚ ਰੰਗੇ ਜਾਣ ਤੋਂ ਬਿਨਾਂ ਮਨ ਡੋਲਦਾ ਹੀ ਰਹੇਗਾ। ਤੇ ਦੌੜਦਾ ਰਹੇਗਾ, ਦਹਿ ਦੇ ਚਾਰੇ ਪਾਸੇ ਦੌੜਦਾ ਰਹੇਗਾ, ਹਰ ਪਾਸੇ ਚਾਰੇ ਦੀਆਂ ਵੀ ਜੇ ਉਹਨੂੰ ਡਾਇਗਨੋਲੀ ਕਰਕੇ ਦੇਖ ਲਓ, ਉਹਦੇ ਵਿੱਚੋਂ 8 ਦਿਸ਼ਾਵਾਂ ਬਣ ਜਾਂਦੀਆਂ ਨੇ, ਨਾਰਥ ਈਸਟ, ਸਾਊਥ ਵੈਸਟ, ਫਿਰ ਸਾਊਥ ਈਸਟ, ਸਾਊਥ ਵੈਸਟ, ਏਦਾਂ ਡਾਇਗਨੋਲੀ ਵਿੱਚ ਵਾ ਦਿਓ 8 ਦਿਸ਼ਾਵਾਂ, ਤੇ 2 ਦਿਸ਼ਾਵਾਂ, ਇੱਕ ਉੱਪਰ ਨੂੰ ਤੇ ਇੱਕ ਥੱਲੇ ਪੈਰਾਂ ਨੂੰ, ਇੱਕ ਸਿਰ ਵੱਲ ਨੂੰ ਤੇ ਇੱਕ ਪੈਰਾਂ ਨੂੰ, 10 ਦਿਸ਼ਾਵਾਂ ਨੇ।
ਸੋ ਮਨ ਡੋਲਦਾ ਰਹੇਗਾ। ਆਤਮਿਕ ਤੌਰ ਤੇ ਜੇ ਅਸੀਂ ਅਕਾਲ ਪੁਰਖ ਦੇ ਸ਼ਬਦ ਦਾ ਅਭਿਆਸ ਨਹੀਂ ਕਰਾਂਗੇ, ਸ਼ਬਦ ਦੇ ਰੰਗ ਵਿੱਚ ਰੰਗੇ ਨਹੀਂ ਜਾਵਾਂਗੇ, ਮਨ ਦੌੜਦਾ ਰਹੇਗਾ। ਹੋਰ ਅੱਗੇ ਚਲੀਏ। ਅੰਮ੍ਰਿਤ ਛੋੜ ਮਹਾ ਵੇਖ ਪੀਵੈ ਮਾਇਆ ਕਾ ਦੀਵਾਨਾ। ਹੁਣ ਇਹ ਮਾਇਆ ਦਾ ਜਿਹੜਾ ਪ੍ਰੇਮੀ ਹੈ, ਉਹ ਨਾਮ ਅੰਮ੍ਰਿਤ ਨੂੰ ਛੱਡ ਕੇ ਤ੍ਰਿਸ਼ਨਾ ਦਾ ਜ਼ਹਿਰ ਪੀਂਦਾ, ਜੋ ਦਿਨ ਬ ਦਿਨ ਪਲ ਪਲ ਉਹਦੀ ਆਤਮਾ ਨੂੰ ਭ੍ਰਿਸ਼ਟ ਕਰ ਦਿੰਦਾ। ਇਹ ਕੋਈ ਅਸਲ 'ਚ ਜ਼ਹਿਰ ਨਹੀਂ ਹੈ, ਬਸ ਇਹਨੂੰ ਏਦਾਂ ਲਾਓ ਵੀ ਇੱਕ ਅਕਾਲ ਪੁਰਖ ਦੀ ਬੰਦਗੀ ਤੋਂ ਸਿਵਾਏ ਜਿਹੜਾ ਵੀ ਕੰਮ ਅਸੀਂ ਕਰ ਰਹੇ ਹਾਂ, ਉਹਦੇ ਨਾਲ ਸਾਡਾ ਮਨ ਡੋਲੇਗਾ ਹੀ ਡੋਲੇਗਾ। ਸਾਡਾ ਜੀਵਨ ਦਾ ਜਿਹੜਾ ਮਨੋਰਥ ਹੈ ਉਹ ਪੂਰਾ ਨਹੀਂ ਹੋ ਸਕਦਾ। ਅੰਮ੍ਰਿਤ ਛੋੜ ਮਹਾ ਬਿਖ ਪੀਵੈ, ਨਾਮ ਨਹੀਂ ਜਪਣਾ, ਬਾਕੀ ਸਾਰੇ ਕੰਮ ਕਰੀ ਜਾਣੇ। ਉਹਦੇ 'ਚ ਭਾਵੇਂ ਡਰੈਸਾਂ ਵੀ ਪਾ ਲਓ ਵੱਖਰੀਆਂ, ਭਾਵੇਂ ਗ੍ਰਸਤ ਦਾ ਤਿਆਗ ਕਰ ਲਓ, ਭਾਵੇਂ ਪਾਠ ਕਰ ਲਓ 40-40 55 ਜਾਂ 61 ਜਿਹਨੇ ਦੱਸਦੇ ਆ, ਕਰ ਲਓ, ਪਰ ਭਲਾ ਨਹੀਂ ਹੋਏਗਾ ਜਦੋਂ ਤੱਕ ਸ਼ਬਦ ਦਾ ਅਭਿਆਸ ਨਹੀਂ ਕੀਤਾ ਜਾ ਸਕਦਾ। ਮੈਂ ਬਾਰ-ਬਾਰ ਕਹਿਣਾ, ਇਹ ਬੜਾ ਬਰੀਕ ਵਿਸ਼ਾ ਹੈ। ਮੈਂ ਇਹ ਨਹੀਂ ਕਹਿੰਦਾ ਵੀ ਪਾਠ ਨਹੀਂ ਕਰਨੇ, ਮੈਂ ਨਹੀਂ ਕਹਿੰਦਾ, ਪਾਠ ਕਰੋ, ਲੇਕਿਨ ਐਡੀਸ਼ਨ ਉਹਦੀ ਕੰਡੀਸ਼ਨ ਕੀ ਹੈ? ਪਾਠ ਦਾ ਮਤਲਬ ਹੈ ਸਿੱਖਿਆ, ਉਹਨੂੰ ਆਪਣੇ ਜੀਵਨ 'ਚ ਢਾਲੋ। ਜੇਕਰ ਨਹੀਂ ਢਾਲਦੇ ਤਾਂ ਉਹ ਪਾਠ ਕੀਤੇ ਦਾ ਕੋਈ ਫਾਇਦਾ ਨਹੀਂ, ਉਹ ਫਿਰ ਵੇਸਟ ਹੈ। ਵੇਦ ਪਾਠ ਮਤ ਪਾਪਾਂ ਖਾਏ, वेद पाठ संसार की कार, असंख्य ग्रंथ मुख वेद पाठ, पाठ पढ़े और वेद विचारे निवल भोंगम साधे, पंच जना से संग न छुटक्यो, अदक अंग बुध बाधे प्यारे, इन वेद मिलन ना जाई, मैं किए कर्म निका। फिर ये कर्म कांड बन जाऊगा, एक फॉर्मेलिटी हो जूगी, पढ़ता जी आ नितनेम अज दा करता जी, कहानी खत्म। पर वो अमल कदों आऊगा? कदों उस चीज नूं आपां समझांगे भी मन धोवो, शब्द लागो। होर अगे चलिए। किरत ना मिटई, हुक्म ना बूझै, पशुआ माहे समाना। हुण माया दा प्रेमी जिहड़ा नाम अमृत छड्ड के तृष्णा दा जहर पी जा रहा, आत्मा नूं भ्रिष्ट करी जा रहा। किरत कीते कर्म कदे नाश नहीं हुंदे। मनमुखा नूं एक नाम दी सोझी नहीं आउंदी ते ओ पशु बिरती दा जीवन जींदे आ। किरत ना मिटई, कोई भी जिहड़ा कर्म कर दिता ओ कदे नाश नहीं होएगा। हुक्म ना बूझे, कीते कर्म कदे नाश नहीं हुंदे, भावें जो मर्जी कर लो, जो मर्जी कर लो, एक नाम दे उत्ते, एक अकाल पुरख दे भरोसे ते, एक अकाल पुरख नाल कमिटमेंट और एक अकाल पुरख दे शब्द दी भगती करनी पऊगी। पर मनमुख बंदा ये बुझदा नहीं ते पशु बिरती दा जीवन जी रहा है। वो फिर गल उत्थे आई, कहंदे रब दा वास्ता, रब दा वास्ता तैनूं बाबा ऐसी रवत रवै सन्यासी, कहंदे इधर नूं आ, छड्ड सारियां गल्लां, की करी जा रहा तू? कर्मकांडी बनिया, भेखी बनिया, ठगी ठोरी करन वाला बनिया, अपना नुकसान कर रहा है। गुर क्या शब्द एक लिव लागी, तेरे नाम रते तृप्तासी। कहंदे नाम वाले पासे लग, बंदगी वाले पासे लग। होर चलिए फिर ये सारा देखो, ਉਹਦਾ ਸ਼ੁਰੂ ਚ ਆਪਾਂ ਗੱਲ ਕੀਤੀ ਵੀ ਰਿਜ਼ਿਊਮੇ ਬਣ ਰਿਹਾ ਉਹਦਾ ਮਨਮੁਖ ਦਾ, ਵੀ ਕੀ ਕੀ ਕਰਦਾ, ਕੀ ਉਹਦੀਆਂ, ਉਹ ਕਿੱਦਾਂ ਦੀ ਜੌਬ ਕਰ ਸਕਦਾ। ਮਨਮੁਖ ਬੰਦਾ ਕਿੱਦਾਂ ਦੀ ਜੌਬ ਕਰ ਸਕਦਾ।
ਉਹ ਅੱਗੇ ਹੋਰ ਉਹਦਾ 6 ਨੰਬਰ ਪਤਾ ਚੱਲਦਾ, ਕਹਿੰਦੇ ਹਾਥ ਕਮੰਡਲ ਕਾਪੜੀਆ ਮਨ ਤ੍ਰਿਸ਼ਨਾ ਉਪਜੀ ਭਾਰੀ। ਹੱਥ ਵਿੱਚ ਉਹਦੇ ਚਿਪੀ ਤੇ ਲੀਰਾਂ ਦਾ ਚੋਲਾ ਤੇੜ ਪਾਇਆ। ਮਨਮੁਖ ਤਿਆਗੀ ਬਣਦਾ, ਪਰ ਮਨ ਬੇਅੰਤ ਕਾਮਨਾਵਾਂ ਦਾ ਭਾਰ ਚੁੱਕੀ ਫਿਰਦਾ। ਮਨ ਤ੍ਰਿਸ਼ਨਾ ਉਪਜੀ ਭਾਰੀ। ਤ੍ਰਿਸ਼ਨਾ ਦੀ ਜਿਹੜੀ ਲਿਸਟ ਬਣਾਈ ਹੈ ਮਨ ਦੇ ਵਿੱਚ, ਉਹ ਬਹੁਤ ਭਾਰੀ ਹੈ। ਬੇਅੰਤ ਕਾਮਨਾਵਾਂ ਦਾ, ਵਾਸ਼ਨਾਵਾਂ ਦਾ ਭਾਰ ਮਨ ਚੁੱਕੀ ਫਿਰਦਾ। ਬਾਹਰੋਂ ਦਿਖਾਇਆ ਵੀ ਮੈਂ ਹੱਥ ਕਮੰਡਲ ਫੜਿਆ, ਵਸਤਰ ਜਿਹੜੇ ਆ ਉਹ ਐਵੇਂ ਪਾਟੇ ਪੂਟੇ ਜੇ ਪਾਏ ਉਹਨੇ, ਫਕੀਰੀ ਦਿਖਾ ਰਿਹਾ ਆਪਣੀ, ਪਰ ਮਨ ਤ੍ਰਿਸ਼ਨਾ ਉਪਜੀ ਭਾਰੀ। ਇਸਤਰੀ ਤਜ ਕਰ ਕਾਮ ਵਿਆਪਿਆ, ਚਿਤ ਲਾਇਆ ਪਰ ਨਾਰੀ। ਆਪਣੀ ਜੀਵਨ ਸਾਥਣ ਤਿਆਗ ਕੇ ਕਾਮ ਵਾਸ਼ਨਾ ਦੇ ਦਬਾਅ ਹੇਠ ਬਦ ਨਜ਼ਰ ਨਾਰੀ ਹੋ ਜਾਂਦਾ। ਪਰਾਈਆਂ ਚੰਗੀਆਂ ਲੱਗਣੀਆਂ ਸ਼ੁਰੂ ਕਰਦੀਆਂ, ਕਿਉਂਕਿ ਉਹ ਚੀਜ਼ ਜਾਂਦੀ ਨਹੀਂ ਅੰਦਰੋਂ। ਕਾਮ ਮਰਦਾ ਨਹੀਂ ਹੈ, ਕਾਮ ਮਰਦਾ ਨਹੀਂ ਹੈ। ਇਹ ਵੱਡੇ ਵੱਡੇ ਆ ਦੇਖੇ ਐ, ਖੁਦ ਇਹ ਵਰਤਾਰੇ ਵਰਤਦੇ ਦੇਖੇ ਆ ਵੀ ਬਾਹਰੋਂ ਬੜੇ ਜੀ ਤਾਂ ਬੜੇ ਚੜ੍ਹਦੀ ਕਲਾ ਵਾਲੇ ਸਿੰਘ ਨੇ, ਪਰ ਉਹ ਜਦੋਂ ਡਿੱਗਦੇ ਆ ਮੁੱਦੇ ਮੂੰਹ ਦੇ ਐਸੇ ਐਸੇ ਗੁਨਾਹ ਸਾਹਮਣੇ ਆਉਂਦੇ ਵੀ ਰਹਿ ਰੱਬ ਦਾ ਨਾਮ। ਇਸਤਰੀ ਤਜ ਕਰ ਕਾਮ ਵਿਆਪਿਆ। ਇਸੇ ਕਰਕੇ ਜ਼ਰੂਰੀ ਹੈ ਗ੍ਰਸਤ ਜੀਵਨ। ਹਰ ਚੀਜ਼ ਲੋੜ ਅਨੁਸਾਰ ਹੋਵੇ ਜ਼ਿੰਦਗੀ ਦੇ ਵਿੱਚ, ਤੇ ਜੇ ਉਹ ਜੇ ਜ਼ਿਆਦਾ ਵਧਾ ਦਾਂਗੇ ਉਹ ਵੀ ਖਰਾਬ ਕਰੂ, ਜੇ ਨਾ ਹੀ ਕਰਾਂਗੇ ਉਹ ਵੀ ਖਰਾਬ। ਕਿੱਦਾਂ? ਚਿੱਤ ਲਾਇਆ ਪਰ ਨਾਰੀ। ਹੁਣ ਆਪਣੀ ਗ੍ਰਸਤ ਤਿਆਗ ਦਿੱਤੀ ਹੈ, ਪਰ ਪਰਾਈਆਂ ਇਸਤਰੀਆਂ ਉਹਨੂੰ ਚੰਗੀਆਂ ਲੱਗ ਰਹੀਆਂ ਨੇ। ਹੋਰ ਅੱਗੇ ਚੱਲੀਏ। ਸਿੱਖ ਕਰੇ ਕਰ ਸ਼ਬਦ ਨਾ ਚੀਨੈ, ਲੰਪਟ ਹੈ ਬਾਜ਼ਾਰੀ। ਹੁਣ ਬਦ ਨਜ਼ਰ ਨਾਰੀ ਵਾਲਾ ਬੰਦਾ ਲੋਕਾਂ ਨੂੰ ਉਪਦੇਸ਼ ਦਿੰਦਾ, ਪਰ ਆਪ ਰੱਬ ਵਾਲੇ ਪਾਸੇ ਨਹੀਂ ਲੱਗਦਾ। ਦੁਨੀਆ ਦੀ ਨਜ਼ਰ ਦੇ ਵਿੱਚ ਉਹ ਲਫ਼ਜ਼ ਵਰਤਿਆ ਇੱਥੇ ਲੰਪਟ। ਲੰਪਟ ਦਾ ਲੇਮਨ ਲੈਂਗੁਏਜ ਦੇ ਵਿੱਚ ਅਰਥ ਹੋਊਗਾ ਲੁੱਚਾ। ਕਹਿੰਦੇ ਲੋਕਾਂ ਨੂੰ ਉਪਦੇਸ਼ ਦਿੰਦਾ ਫਿਰਦਾ, ਪਰ ਆਪ ਬੰਦਗੀ ਵਾਲੇ ਭਜਨ ਵਾਲੇ ਪਾਸੇ ਨਹੀਂ ਲੱਗਦਾ। ਦੁਨੀਆ ਦੀ ਨਜ਼ਰ ਦੇ ਵਿੱਚ ਉਹ ਲੁੱਚਾ ਗਿਣਿਆ ਜਾਂਦਾ ਹੈ। ਅੰਤਰ ਬਿਖ ਬਾਹਰ ਨਿਭਰਾਤੀ, ਬਾਹਰ ਨਿਭਰਾਂਤੀ ਤਾਂ ਜਮ ਕਰੇ ਖੁਆਰੀ। ਹੁਣ ਇੱਕ ਲਫ਼ਜ਼ ਹੈ ਭਰਾਂਤ। ਭਰਾਂਤ ਹੁੰਦਾ ਵੀ ਮਨ ਨਹੀਂ ਟਿਕਣਾ, ਤੇ ਜਦੋਂ ਇਹ ਨਿਭਰਾਂਤੀ ਵੀ ਐਨ ਅਡੋਲ, ਡੋਲਦਾ ਹੀ ਨਹੀਂ। ਕਹਿੰਦੇ ਅੰਤਰ ਬਿਖ ਬਾਹਰ, ਫੈਸਲਾ ਦੇ ਰਹੇ ਨੇ, ਇਹ ਪੋਜ਼ਿਟਿਵਿਟੀ ਆ ਰਹੀ ਹੈ ਹੁਣ। ਅੰਤਰ ਬਿਖ ਬਾਹਰ ਨਿਭਰਾਂਤੀ ਤਾਂ ਜਮ ਕਰੇ ਖੁਆਰੀ। ਕਹਿੰਦੇ ਉਹ ਅੰਦਰ ਤੇ ਤੇਰੇ ਜ਼ਹਿਰ ਭਰਿਆ ਪਿਆ ਤ੍ਰਿਸ਼ਨਾ ਦਾ, ਪਰ ਆਪ ਅਡੋਲ ਰਹਿਣ ਦਾ ਭੇਖ ਕਰਦਾ। ਬਾਹਰੋਂ ਨਿਭਰਾਂਤੀ ਸ਼ੋ ਕਰ ਰਹੇ ਆ, ਆਪ ਅਡੋਲ ਰਹਿਣ ਦਾ ਭੇਖ ਕਰਦਾ ਹੈ। ਕਹਿੰਦੇ ਏਦਾਂ ਦੇ ਪਖੰਡੀ ਨੂੰ ਆਤਮਕ ਮੌਤ ਖੁਆਰ ਕਰਦੀ ਹੈ। ਆਤਮਕ ਮੌਤ ਖੁਆਰ ਕਰਦੀ ਹੈ। ਇਹ ਵੀ ਇਸ ਵਿਸ਼ੇ ਤੇ ਵੀ ਆਪਾਂ ਆਵਾਂਗੇ, ਪਰ ਐਟ ਦਾ ਮੋਮੈਂਟ ਇਹ ਜੰਮਦੀ ਜਦੋਂ ਆਪਾਂ ਡੈਫੀਨੇਸ਼ਨ ਜਾਂ ਡੀਪ ਇਹਦੀ ਵਿਚਾਰ ਕਰਾਂਗੇ, ਉਹ ਇੱਕ ਤਰ੍ਹਾਂ ਦੀ ਆਤਮਕ ਮੌਤ ਹੀ ਹੈ। ਇਸੇ ਕਰਕੇ ਆਪਾਂ ਇੰਨਾ ਕੁ ਕਹਿ ਕੇ ਗਾਂਹ ਚੱਲਦੇ ਹਾਂ ਬਈ ਇਹੋ ਜਿਹੇ ਪਖੰਡੀ ਨੂੰ, ਇਹੋ ਜਿਹੇ ਮਨਮੁਖ ਨੂੰ ਆਤਮਕ ਮੌਤ ਖੁਆਰ ਕਰਦੀ ਹੈ। ਬੜੀ ਸੋਹਣੀ ਸਟੇਟਮੈਂਟ ਜਿਹੜੀ ਅਸੀਂ ਪੜ੍ਹਦੇ ਹਾਂ ਰੋਜ਼ ਸੋਸ਼ਲ ਮੀਡੀਆ ਤੇ, ਸਰੀਰਕ ਮੌਤ ਨੂੰ, ਸਰੀਰਕ ਮੌਤ ਮੌਤ ਨਹੀਂ ਹੈ, ਜ਼ਮੀਰ ਦਾ ਮਰ ਜਾਣਾ ਮੌਤ ਹੈ। ਇਹੀ ਗੱਲ ਹੈ, ਆਤਮਕ ਮੌਤ। ਤ੍ਰਿਸ਼ਨਾ ਅੰਦਰੋਂ ਖਤਮ ਨਾ ਹੋਣੀ, ਬਾਹਰੋਂ ਦੱਸੀ ਜਾਣਾ ਵੀ ਬਾਹਰੋਂ ਨਿਭਰਾਂਤੀ ਬਣੀ ਜਾਣਾ।
फिर वो सफल नहीं है। ਉਹ ਏਦਾਂ ਦਾ ਬੰਦਾ ਕਦੇ ਸਫਲ ਨਹੀਂ ਹੋ ਸਕਦਾ ਆਤਮਿਕ ਰਾਹ ਦੇ ਉੱਤੇ। ਫੈਸਲਾ ਦਿੱਤਾ ਅੰਤਰ ਵੇਖ ਬਾਹਰ ਨੇ ਭ੍ਰਾਂਤੀ ਤਾਂ ਜਮ ਕਰੇ ਖੁਆਰੀ। ਕਹਿੰਦੇ ਜਿੰਨਾ ਮਰਜੀ ਭੇਖ ਕਰ ਲਾ, ਡਰੈਸਾਂ ਪਾ ਲਾ, ਆਪਣੇ ਆਪ ਨੂੰ ਸ਼ੋਅ ਕਰ ਲਾ ਵੀ ਮੈਂ ਬਹੁਤ ਵੱਡਾ ਪਾਠੀ ਹਾਂ, ਮੈਂ 25 ਘੰਟੇ ਪਾਠ ਕਰਦਾ ਦਿਨ ਦੇ ਵਿੱਚ, ਪਰ ਉਹ ਗੱਲ ਨਹੀਂ ਬਣਨੀ। ਕਹਿੰਦੇ ਛੱਡ ਤੂੰ ਕਿਹੜੇ ਕੰਮਾਂ 'ਚ ਪਿਆ, ਤੂੰ ਆ ਰਾਹ ਦੇਖ। ਇਹ ਜਿਹੜਾ ਸੰਨਿਆਸੀ ਜੇ ਤੂੰ ਬਣਨਾ ਹੀ ਹੈ, ਗ੍ਰਸਥ ਜੀਵਨ ਦਾ ਤਿਆਗ ਕਰਕੇ ਨਹੀਂ ਬਣ ਸਕਦਾ। ਇਸੇ ਜੀਵਨ 'ਚ ਰਹਿੰਦਿਆਂ ਹੀ ਤੂੰ ਇੱਕ ਪਰਮਾਤਮਾ ਦੀ ਭਗਤੀ ਕਰ ਸਕਦਾ ਹੈ, ਇੱਕ ਪਰਮਾਤਮਾ ਨਾਲ ਆਪਣੀ ਲਿਵ ਜੋੜ ਸਕਦਾ ਹੈ। ਇਹ ਰਹਾਉ ਦਾ ਸਾਰ ਹੈ। 7 ਨੰਬਰ ਪਤਾ ਚੱਲੀਏ, ਸੋ ਸੰਨਿਆਸੀ ਜੋ ਸਤਿਗੁਰ ਸੇਵੈ। ਆ ਹੁਣ ਜਿਹੜੀ ਗੱਲ ਐਕਸਪਲੇਨੇਸ਼ਨ ਹੋਣ ਲੱਗੀ ਹੈ ਪੋਜ਼ਿਟਿਵ। ਉਹ ਜਿਹੜਾ ਰਿਜ਼ਿਊਮੇ ਹੈ ਨਾ, ਉਹ ਹੁਣ ਉਹਦਾ ਦੇਖਿਆ ਜਾ ਰਿਹਾ ਰਿਜ਼ਿਊਮੇ ਮਨਮੁਖ ਦਾ। ਉਹ ਕਹਿੰਦੇ ਇਹ ਤੇ ਸਾਨੂੰ ਲੋੜ ਹੀ ਨਹੀਂ ਇਹ ਤੇ ਸਾਨੂੰ ਲੋੜ ਹੀ ਨਹੀਂ। ਕਹਿੰਦੇ ਆ ਜਿਹੜੀ ਤੇਰੀ ਜਿਹੜੀ ਕੁਆਲੀਫਿਕੇਸ਼ਨ ਹੈ, ਤੇਰੀ ਜਿਹੜੀਆਂ ਹੌਬੀਜ਼ ਨੇ, ਤੇਰੀਆਂ ਜਿਹੜੀਆਂ ਸਕਿੱਲਸ ਨੇ, ਸਾਨੂੰ ਇਹਨਾਂ ਦੀ ਲੋੜ ਹੀ ਨਹੀਂ। ਸਾਡੇ ਕੋਲ ਏਦਾਂ ਦੇ ਬੰਦੇ ਨਹੀਂ ਚਾਹੀਦੇ। ਸਾਡੇ ਆ ਦੇਖੋ ਨਾ ਗੱਲ, ਕਹਿੰਦੇ ਸੋ ਸੰਨਿਆਸੀ ਜੋ ਸਤਿਗੁਰ ਸੇਵਾ ਵਿੱਚੋਂ ਆਪ ਗਵਾਏ। ਕਹਿੰਦੇ ਸਾਨੂੰ ਆ ਚੀਜ਼ ਚਾਹੀਦੀ ਹੈ। ਅਸਲ ਸੰਨਿਆਸੀ ਉਹ ਹੈ ਜੋ ਹਉਮੈ ਤਿਆਗ ਕੇ ਇੱਕ ਅਕਾਲ ਪੁਰਖ ਦੀ ਬੰਦਗੀ करे, ਛਾਦਨ ਭੋਜਨ ਕੀ ਆਸ न करी, अचिंत मिलै सो पाए। ਉਹੀ ਐਸਾ ਤਿਆਗੀ ਹੈ ਜੋ ਖਾਣ ਪੀਣ ਦੀ ਲਾਲਸਾ, ਆਸ, ਲਾਲਚ ਨਹੀਂ ਕਰਦਾ, ਜੋ ਮਿਲੇ ਉਹ ਪ੍ਰਵਾਨ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ। ਭਾਵ ਉਹ ਸੰਤੋਖ 'ਚ ਰਹਿੰਦਾ। ਛਾਂਦਾ ਲਫ਼ਜ਼ ਆਛਾਦਨ ਜਿਹੜਾ ਲਿਖਿਆ ਨਾ, ਇਹਨੂੰ ਲੇਮੈਨ ਲੈਂਗੁਏਜ ਪੁਰਾਣੀ ਪੰਜਾਬੀ 'ਚ ਜਿਹੜੀ ਪਿੰਡੀ ਥਾਈ ਅੱਜ ਤੋਂ 40-50 ਸਾਲ ਪਹਿਲਾਂ ਮੈਂ ਗੱਲ ਕਰਦਾ, ਇਹ ਮਾਝੇ 'ਚ ਜਦੋਂ ਆ ਮੁੰਡੇ ਖੁੰਡੇ ਲੜਦੇ ਹੁੰਦੇ ਸੀ ਨਾ, ਉਦੋਂ ਇਹ ਬੋਲਦੇ ਕਹਿੰਦੇ ਤੈਨੂੰ ਛਾਂਦਾ ਛਕਾਊਂ ਸ਼ਾਮ ਨੂੰ। ਮਤਲਬ ਸ਼ਾਮ ਨੂੰ ਤੈਨੂੰ ਮੈਂ ਦੇਖੂ, ਹੁਣ ਤੇ ਤੂੰ ਪੰਗਾ ਲੈ ਲਿਆ ਮੇਰੇ ਨਾਲ, ਤੈਨੂੰ ਸ਼ਾਮ ਨੂੰ ਛਾਂਦਾ ਛਕਾਊਂ। ਇਹ ਛਾਂਦਾ ਦਾ ਮਤਲਬ ਹੁੰਦਾ ਹੈ ਸੂਪ। ਜਿੱਦਾਂ ਆਪਾਂ ਸੂਪ, ਤਰਲ ਪਦਾਰਥ ਜਿਹੜਾ ਹੁੰਦਾ ਸੂਪ ਆ, ਉਹ ਮਤਲਬ ਸੋਲਿਡ ਐਂਡ ਲਿਕੁਇਡਸ। ਜਦੋਂ ਛਾਦਨ ਭੋਜਨ ਜਦੋਂ ਗੱਲ ਹੁੰਦੀ ਹੈ, ਸੋਲਿਡ ਜਿਹੜੇ ਭੋਜਨ ਹੁੰਦੇ ਆ, ਜਿਵੇਂ ਪ੍ਰਸ਼ਾਦਾ ਸਬਜ਼ੀ ਹੋ ਗਿਆ। ਛਾਦਨ ਜਿਹੜਾ ਹੈਗਾ ਇਹ ਸੂਪ, ਜਿੱਦਾਂ ਤਰਲ ਪਦਾਰਥ ਹੋ ਗਏ, ਲਿਕੁਇਡਸ ਹੋ ਗਏ। ਮਤਲਬ ਇਹਦਾ ਭਾਵ ਪਤਾ ਕੀ ਹੈ? ਮਤਲਬ ਵੰਨ ਸਵੰਨੇ ਖਾਣੇ, ਜਿਹੜੇ ਵੀ ਆਜ ਮੈਨੂੰ ਆਹ ਚਾਹੀਦਾ ਜੀ, ਆ ਇੰਨਾ ਪਾ ਕੇ ਆਹ ਬਣਾ ਕੇ ਦਿਓ। ਆ ਛਾਦਨ ਭੋਜਨ ਕੀ ਆਸ ਨਾ ਕਰੀ, ਅਚਿੰਤ ਮਿਲੈ ਸੋ ਪਾਏ। ਜੋ ਵੀ ਮਿਲੇ ਸਾਦਾ ਉਹ ਪ੍ਰਵਾਨ ਕਰੇ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰੇ। ਉਹੀ ਤਿਆਗੀ ਹੈ ਜੋ ਖਾਣ ਪੀਣ ਦੀ ਆਸ ਨਹੀਂ ਕਰਦਾ, ਸੰਤੋਖ 'ਚ ਰਹਿੰਦਾ। ਹੋਰ ਬਕੈ ਨਾ ਬੋਲੇ, ਬਕੈ ਨਾ ਬੋਲੇ, ਇਹ ਦੋ ਚੀਜ਼ਾਂ ਨੇ। ਬੋਲਣਾ ਪੋਜ਼ਿਟਿਵ ਹੈ, ਜਿੱਥੇ ਬਕੈ ਉੱਥੇ ਨੈਗੇਟਿਵ ਹੈ। ਉਹੀ ਸੰਨਿਆਸੀ ਹੈ ਜੋ ਵੱਧ ਘੱਟ ਨਹੀਂ ਬੋਲਦਾ। ਬਕਣਾ ਮਤਲਬ ਨਿੰਦਾ ਕਰੀ ਜਾਣੀ ਦੂਜੇ ਦੀ, ਦੂਜੇ ਨੂੰ ਨੀਵਾਂ ਦਿਖਾਈ ਜਾਣਾ ਵੀ ਉਹ ਨਹੀਂ ਚੰਗਾ ਜੀ, ਮੈਂ ਚੰਗਾ। ਉਹ ਨਹੀਂ ਗੱਲ ਸਹੀ ਕਰਦਾ, ਮੈਂ ਗੱਲ ਸਹੀ ਕਰਦਾ। ਏਦਾਂ ਕਰਦੇ ਨੇ ਕਈ ਆਪਣੇ, ਦੇਖੋ ਆਪਣੇ ਰੋਜ਼ਮਰਰਾ ਦਾ ਇਹ ਰੋਜ਼ ਜੋ ਰੂਟੀਨ ਦੀਆਂ ਚੀਜ਼ਾਂ ਨੇ। ਬਕੈ ਨਾ ਬੋਲੇ, ਖਿਮਾ ਧਨ ਸੰਗ੍ਰਹਿ। ਉਹ ਸੰਨਿਆਸੀ ਹੈ ਜੋ ਵੱਧ ਘੱਟ ਨਹੀਂ ਬੋਲਦਾ, ਹਮੇਸ਼ਾ ਖਿਮਾ ਰੂਪੀ ਧਨ ਇਕੱਠਾ ਕਰਦਾ। ਸੰਗ੍ਰਹਿ ਇਕੱਠਾ ਕਰਨਾ, ਸਟੋਰ ਕਰਨਾ, ਤੇ ਨਾਮ ਜਪ ਕੇ ਸਾਰੀ ਤਮਾ ਤ੍ਰਿਸ਼ਨਾ ਸਾੜ ਸੁੱਟਦਾ। ਉਹ ਸੰਨਿਆਸੀ ਹੈ। ਬਕੈ ਨਾ ਬੋਲੇ, ਖਿਮਾ ਧਨ ਸੰਗ੍ਰਹਿ। ਵੱਧ ਘੱਟ ਨਾ ਬੋਲਣਾ, ਖਿਮਾ ਦਾ ਧਨ ਇਕੱਠਾ ਕਰਨਾ, ਤਾਮਸ ਨਾਮ ਜਲਾਏ, ਤੇ ਅੰਦਰਲੀ ਜਿਹੜੀ ਤ੍ਰਿਸ਼ਨਾ ਹੈ, ਤਮਾ ਹੈ, ਉਹਨੂੰ ਨਾਮ ਦੇ ਨਾਲ ਸਾੜ ਸੁੱਟੇ। ਉਹ ਸੰਨਿਆਸੀ ਹੈ। ਧਨ ਗਿਰ ਹੀ ਸੰਨਿਆਸੀ ਜੋਗੀ, ਜੇ ਹਰ ਚਰਣੀ ਚਿਤ ਲਾਏ। ਜੋ ਬੰਦਾ ਮਨ ਚਿਤ ਲਾ ਕੇ ਇੱਕ ਅਕਾਲ ਪੁਰਖ ਦਾ ਨਾਮ ਜਪਦਾ ਹੈ, ਉਹੀ ਭਾਗਾਂ ਵਾਲਾ ਗ੍ਰਸਤੀ, ਸੰਨਿਆਸੀ ਜਾਂ ਜੋਗੀ
आख्या जा सकता, ओनू ही आख्या जा सकता। धन गिरही सन्यासी जोगी जे हर चरनी चित लाए, जो प्रेमा भगती दे विच लीन होवे, जो प्रेमा भगती दे विच एक मिक होया होवे परमात्मा दे नाल। फैसला दीता सानू तेरी तेरी ਜਿਹੜੀ ਉਤਲੀ ਸਾਰਾ ਤੇਰਾ ਰਿਜ਼ਿਊਮੇ ਪੜ੍ਹ ਕੇ ਦੇਖਿਆ ਵੀ ਇਹ ਨਹੀਂ ਸਾਨੂੰ ਚਾਹੀਦਾ, ਸਾਡੀ ਤੇ ਲੋੜ ਆਵ ਹੈ। ਧਨ ਗਿਰ ਹੀ ਸੰਨਿਆਸੀ ਜੋਗੀ ਜੇ ਹਰ ਚਰਨੀ ਚਿਤਲਾ। ਅੱਛਾ ਹੋਰ ਚਲੀਏ 8ਵਾਂ ਨੰਬਰ ਪਦਾ। ਆਸ ਨਿਰਾਸ ਰਹਿ ਸੰਨਿਆਸੀ ਇੱਕ ਸਿਉ ਲਿਵ ਲਾਏ। ਹੋਰ ਪੱਕਾ ਕਰਦੇ ਆ, ਆਸਾਂ ਨਾ ਕਰਨੀਆਂ, ਆਸਾਂ ਤੋਂ ਨਿਰਾਸ਼ ਹੋ ਕੇ ਜਾਣਾ, ਕਾਮਨਾਵਾਂ ਇੱਛਾਵਾਂ ਤੇ ਲਕੀਰ ਫੇਰ ਦੇਣੀ। ਅਸਲ ਸੰਨਿਆਸੀ ਸਾਰੀਆਂ ਆਸਾਂ ਤਿਆਗ ਕੇ ਕੇਵਲ ਇੱਕ ਅਕਾਲ ਪੁਰਖ ਦੇ ਨਾਲ ਲਿਵ ਲਾਉਂਦਾ। ਦੈਟਸ ਇਟ। ਫਿਰ ਹਰ ਰਸ ਪੀਵੇ ਤਾਂ ਸ਼ਾਂਤ ਆਵੇ, ਨਿਜ ਘਰ ਤਾੜੀ ਲਾਏ। ਐਸਾ ਸੰਨਿਆਸੀ ਜਦੋਂ ਅੰਦਰੋਂ ਇੱਕ ਅਕਾਲ ਪੁਰਖ ਨਾਲ ਜੁੜ ਜਾਂਦਾ ਹੈ ਤੇ ਨਾਮ ਪਦਾਰਥ ਦੀ ਪ੍ਰਾਪਤੀ ਕਰਕੇ ਮੁਕੰਮਲ ਕੰਪਲੀਟ ਸਹਿਜ ਅਵਸਥਾ ਦਾ ਧਾਰਨੀ ਹੋ ਜਾਂਦਾ ਹੈ। ਕਰਮਖੰਡ ਦਾ, ਕਰਮਖੰਡ ਦੀ ਗੱਲ, ਕਰਮਖੰਡ ਦੀ ਅਵਸਥਾ, ਦਸਮ ਦਵਾਰ ਦਾ ਇਹੀ ਚੀਜ਼ ਹੈ। ਦਸਮ ਦਵਾਰ ਹਰ ਰਸ ਪੀਵੇ ਤਾਂ ਸ਼ਾਂਤ ਆਵੇ, ਜਦੋਂ ਐਨ ਸਹਿਜ ਹੈ। ਹਰ ਰਸ ਦੀ ਪ੍ਰਾਪਤੀ ਵੀ ਉਸ ਅਵਸਥਾ ਦੇ ਵਿੱਚ ਹੈ। ਨਿਜ ਘਰ, ਆਪਣੇ ਘਰ ਹੀ ਤਾੜੀ ਲਾਉਣੀ, ਐਨ ਟਿਕ ਕੇ ਬੈਠ ਜਾਣਾ, ਧਾਰਨੀ ਹੋ ਜਾਣਾ, ਪੂਰਨ ਸਹਿਜ ਅਵਸਥਾ। ਮਨੁਆ ਨਾ ਡੋਲੇ ਗੁਰਮੁਖ ਬੂਝੈ। ਉਹ ਗੁਰਮੁਖ ਸਿਸਟਮ ਦੇ ਕਰਕੇ ਬੰਦਗੀ ਕਰਨ ਤੇ ਮਨ ਅਡੋਲ ਹੋ ਜਾਂਦਾ ਤੇ ਮਾਇਆ ਪਿੱਛੇ ਉਹ ਫਿਰ ਨਹੀਂ ਦੌੜਦਾ। ਇੰਨੀ ਸੋਝੀ ਆ ਜਾਂਦੀ, ਉਹ ਸੰਨਿਆਸੀ ਆ। ਹਰ ਰਸ ਪੀਵੇ ਤਾਂ ਸ਼ਾਂਤ ਆਵੇ, ਨਿਜ ਘਰ ਤਾੜੀ ਲਾਏ। ਮਨ ਨੂੰ ਖੜਾ ਕਰ ਲਿਆ, ਆਪਣੇ ਘਰ ਚ ਟਿਕ ਗਿਆ, ਪੂਰਨ ਸਹਿਜ ਅਵਸਥਾ। ਮਨੁਆ ਨਾ ਡੋਲੇ ਗੁਰਮੁਖ ਬੂਝੈ। ਇਹ ਸਾਰਾ ਬੁਝਿਆ ਜੋ ਉਹਨੇ ਸਮਝਿਆ, ਉਹ ਗੁਰਮੁਖ ਸਿਸਟਮ ਦੇ ਅਧੀਨ ਹੋ ਕੇ ਸਮਝਿਆ। ਗੁਰਮੁਖ ਸਿਸਟਮ ਇਹ ਉਹੀ ਸਿਸਟਮ ਹੈ ਜਿਹੜੀ ਸ਼ੁਰੂ ਤੋਂ ਅਸੀਂ ਗੱਲ ਕਰਦੇ ਹਾਂ ਵੀ ਇੱਕ ਰੱਬ ਨੂੰ ਮੰਨਣਾ, ਇੱਕ ਰੱਬ ਤੇ ਭਰੋਸਾ, ਇੱਕ ਰੱਬ ਤੋਂ ਦੀਖਿਤ ਹੋਣਾ, ਇੱਕ ਰੱਬ ਨੂੰ ਜਪਣਾ, ਰੱਬ ਦੇ ਨਾਮ ਨੂੰ ਜਪਣਾ। ਵਾਹਿਗੁਰੂ। ਹਰ ਰਸ ਪੀਵੇ ਤਾਂ ਸ਼ਾਂਤ ਆਵੇ, ਨਿਜ ਘਰ ਤਾੜੀ ਲਾਏ। ਮਨੁਆ ਨਾ ਡੋਲਾ ਗੁਰਮੁਖ ਬੂਝੈ, ਧਾਵਤ ਵਰਜ ਰਹਾ। ਗੁਰਮੁਖ ਸਿਸਟਮ ਦੇ ਜ਼ਰੀਏ ਬੰਦਗੀ ਕਰਕੇ ਮਨ ਅਡੋਲ ਹੋ ਜਾਂਦਾ ਤੇ ਮਾਇਆ ਪਿੱਛੇ ਨਹੀਂ ਦੌੜਦਾ। ਇੰਨੀ ਸੋਝੀ ਉਸ ਮਨ ਨੂੰ ਆ ਜਾਂਦੀ ਹੈ ਗੁਰੂ ਦੀ ਮੱਤ ਨਾਲ। ਹੁਣ ਗੁਰੂ ਦੀ ਮੱਤ, ਗ੍ਰਹਿ ਸਰੀਰ ਗੁਰਮਤੀ ਖੋਜੈ। ਗੁਰੂ ਦੀ ਮੱਤ ਹੈ ਹੀ ਗੁਰਬਾਣੀ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹੀ ਗੁਰੂ ਦੀ ਮੱਤ ਹੈ। ਦੈਟਸ ਇਟ। ਗ੍ਰਹਿ ਸਰੀਰ ਗੁਰਮਤੀ ਖੋਜੇ, ਗੁਰਮਤਿ ਦੀ ਹੈਲਪ ਦੇ ਨਾਲ, ਇਸ ਗਿਆਨ ਦੀ, ਇਸ ਬ੍ਰਹਮ ਗਿਆਨ ਦੀ ਮਦਦ ਦੇ ਨਾਲ ਅੰਤਰਮੁਖੀ ਬੰਦਗੀ ਕਰਕੇ ਨਾਮ ਪਦਾਰਥ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਗ੍ਰਹਿ ਸਰੀਰ ਗੁਰਮਤੀ ਖੋਜੈ, ਨਾਮ ਪਦਾਰਥ ਪਾਏ। ਅੰਦਰ ਹੀ, ਬਾਹਰ ਨਹੀਂ ਕਿਤੇ। ਐਸੀ ਰਵਤ ਰਵੈ ਸੰਨਿਆਸੀ। ਬਾਬਾ ਐਸੀ ਰਵਤ ਰਵੈ ਸੰਨਿਆਸੀ, ਗੁਰ ਕੈ ਸ਼ਬਦ ਏਕ ਲਿਵ ਲਾਗੀ, ਤੇਰੇ ਨਾਮ ਰਤੇ ਤ੍ਰਿਪਤਾਸੀ। ਗੱਲ ਖਤਮ। ਰਹਾਉ ਚ ਹੀ ਸਾਰਾ ਕੁਛ ਹੈ। ਆ ਸਮਾਗੀ ਦੇਖੋ ਆ ਕੇ ਤੁਕ। ਹੁਣ ਅੱਗੇ 9 ਨੰਬਰ। ਅੱਛਾ ਹੁਣ ਕਈ ਸ਼ਬਦ ਆਏ ਨੇ, ਵੈਸੇ ਤੇ 8 ਪਦਿਆਂ ਵਾਲੇ ਸ਼ਬਦ ਨੂੰ ਅਸ਼ਟਪਦੀ ਕਿਹਾ ਜਾਂਦਾ। ਅਸ਼ਟ ਦਾ ਮਤਲਬ ਹੀ 8 ਹੁੰਦਾ, ਲੇਕਿਨ ਜੇਕਰ ਪਦੇ 8 ਤੋਂ ਜ਼ਿਆਦਾ ਵੀ ਹੋਣ, 9 ਵੀ ਹੋਣ, ਉਹਨੂੰ ਵੀ ਅਸ਼ਟਪਦੀ ਕਿਹਾ ਜਾਊ। ਇਹ ਅਸੂਲ ਹੈ ਗੁਰਬਾਣੀ ਦਾ। ਉਹਨੂੰ ਜਿੱਦਾਂ 9 ਪਦੀ ਏਦਾਂ ਕੋਈ ਨਾਮ ਨਹੀਂ ਦਿੱਤਾ, ਉਹਨਾਂ ਨੇ ਅਸ਼ਟਪਦੀ ਹੀ ਨਾਮ ਦਿੱਤਾ। ਇਹ ਥੋੜੇ ਸ਼ਬਦ ਨੇ ਏਦਾਂ। ਬ੍ਰਹਮਾ ਵਿਸ਼ਨ ਮਹੇਸ਼ ਸ੍ਰੇਸ਼ਟ ਨਾਮ ਰਤੇ ਵਿਚਾਰੀ। ਦੇਖੋ ਕਹਿੰਦੇ ਬ੍ਰਹਮਾ ਵਿਸ਼ਨ ਮਹੇਸ਼ ਇਹ ਤਿੰਨੋਂ ਜਾਣੇ ਵੀ ਇੱਕ ਅਕਾਲ ਪੁਰਖ ਦੇ ਨਾਮ ਦੇ ਕਰਕੇ ਹੀ ਸ੍ਰੇਸ਼ਟ ਬਣੇ ਨੇ। ਬ੍ਰਹਮਾ ਵਿਸ਼ਨ ਮਹੇਸ਼ ਸ੍ਰੇਸ਼ਟ
ਨਾਮ ਰਤੇ ਵਿਚਾਰੀਏ, ਨਾਮ ਦੇ ਵਿੱਚ ਇੱਕ ਮਿਕ ਹੋਵੇ। ਖਾਣੀ ਬਾਣੀ ਗਗਨ ਪਤਾਲੀ, ਜਨਤਾ ਜੋਤ ਤੁਮਾਰੀ। हे ਅਕਾਲ ਪੁਰਖ, ਚਾਰੇ ਖਾਣੀਆਂ ਦੇ ਜੀਵ, ਉਹਨਾਂ ਦੀਆਂ ਬੋਲੀਆਂ, ਪਤਾਲ ਦੇ, ਆਕਾਸ਼ ਦੇ ਸਾਰੇ ਜੀਵਾਂ ਵਿੱਚ ਕੇਵਲ ਤੇ ਕੇਵਲ ਤੇਰੀ ਹੀ ਜੋਤ ਹੈ। ਚਾਰੇ ਖਾਣੀਆਂ ਦੇ ਜੀਵਾਂ ਵਿੱਚ, ਉਹਨਾਂ ਦੀਆਂ ਬੋਲੀਆਂ ਵਿੱਚ, ਪਤਾਲ ਆਕਾਸ਼ ਦੇ ਸਾਰੇ ਜੀਵਾਂ ਵਿੱਚ ਕੇਵਲ ਤੇ ਕੇਵਲ ਤੇਰੀ ਹੀ ਜੋਤ ਹੈ। ਖਾਣੀ ਬਾਣੀ ਗਗਨ ਪਤਾਲੀ, ਜਨਤਾ ਜੋਤ ਤੁਮਾਰੀ। ਸਭ ਸੁਖ ਮੁਕਤ ਨਾਮ ਧੁਨ ਬਾਣੀ, ਸੱਚ ਨਾਮ ਔਰ ਧਾਰੀ। ਫੈਸਲਾ, ਰਿਜ਼ਲਟ ਕੱਢ ਦਿੱਤਾ। ਜਿਨ੍ਹਾਂ ਅੰਦਰ ਬੰਦਗੀ ਕਰਦਿਆਂ ਅਕਾਲ ਪੁਰਖ ਦਾ ਨਾਮ ਉਤਰ ਜਾਂਦਾ ਹੈ, ਭਾਵ ਅਧਿਆਤਮਕ ਚੇਂਜ ਆ ਗਈ ਉਹਨਾਂ 'ਚ। ਜਦੋਂ ਨਾਮ ਅੰਦਰ ਜਾਏਗਾ, ਅਧਿਆਤਮਕ ਚੇਂਜ ਆਏਗੀ, ਉਹ ਉਹਨਾਂ ਦੀ ਅਵਸਥਾ ਉੱਚੀ ਹੋਏਗੀ। ਜਿਉਂ ਜਿਉਂ ਰਾਮ ਕਹੇ ਜਨ ਉੱਚੇ। ਉਹ ਨਿਰੰਤਰ ਗੁਰੂ ਦਾ ਸ਼ਬਦ ਸੁਣਦੇ ਹੈ, ਜਪੀ ਵੀ ਜਾ ਰਹੇ ਆ, ਜਪਣ ਤੋਂ ਬਾਅਦ ਫਿਰ ਤਰੱਕੀ ਹੁੰਦੀ ਹੈ। ਉਹੀ ਸ਼ਬਦ ਕੰਨਾਂ ਦੇ ਨਾਲ ਸੁਣਨਾ ਸ਼ੁਰੂ ਹੋ ਜਾਂਦਾ ਹੈ, ਜਿਹਦੀ ਬਦੌਲਤ ਸਾਰੇ ਸੁੱਖਾਂ ਦੇ ਧਾਰਨੀ ਬਣ ਜਾਈਦਾ। ਸਮੂਹ ਸੁੱਖ ਭਾਵ ਇੱਕ ਅਕਾਲ ਪੁਰਖ ਦੀ ਪ੍ਰਾਪਤੀ। ਤੇ ਉਹਨਾਂ ਨੂੰ ਫਿਰ ਮਾਇਆ ਬੰਧਨਾਂ ਤੋਂ ਖਲਾਸੀ ਮਿਲ ਜਾਂਦੀ ਹੈ। ਸਭ ਸੁਖ ਮੁਕਤ ਨਾਮ ਧੁਨ ਬਾਣੀ, ਸੱਚ ਨਾਮ ਉਰ ਧਾਰੀ। ਨਾਮ ਬਿਨਾ ਨਹੀਂ ਛੂਟਸ, ਨਾਨਕ ਸਾਚੀ ਤਰ ਤੂੰ ਤਾਰੀ। ਨਾਨਕ ਜੋਤ ਕੀ ਕਹਿੰਦੀ ਹੈ ਕਿ ਨਾਮ ਤੋਂ ਬਿਨਾ ਮਾਇਆ ਤੋਂ ਬਚਣਾ ਮੁਸ਼ਕਿਲ ਹੈ। ਸੋ ਐਸੀ ਬੰਦਗੀ ਕਰ ਕਿ ਭਵ ਸਾਗਰ ਵਿੱਚ ਡੁੱਬਣ ਦਾ ਖਤਰਾ ਹੀ ਨਾ ਰਵੇ। ਨਾਮ ਤੋਂ ਬਿਨਾ ਨਹੀਂ ਛੁੱਟ ਸਕਦੇ, ਨਾਮ ਤੋਂ ਬਿਨਾ ਉਹ ਤਾਰੀ ਭਵ ਜਲਦੀ ਨਹੀਂ ਤੇਰੀ ਜਾ ਸਕਦੀ। ਫੈਸਲਾ ਦਿੱਤਾ। ਸੋ ਇੱਥੋਂ ਪਤਾ ਲੱਗਦਾ ਕਿ ਸ਼ਬਦ ਲੰਬੇ ਵੀ ਕਾਫੀ ਨੇ ਗੁਰਬਾਣੀ ਦੇ ਵਿੱਚ। ਮਤਲਬ ਕਿ ਗੁਰੂ ਸਾਹਿਬਾਂ ਨੇ ਇੱਕ ਮਜ਼ਮੂਨ ਸ਼ੁਰੂ ਕੀਤਾ, ਇੱਕ ਟੌਪਿਕ ਸ਼ੁਰੂ ਕੀਤਾ, ਇੱਕ ਗੱਲ ਦੱਸਣੀ ਸ਼ੁਰੂ ਕੀਤੀ ਸਾਨੂੰ, ਤੇ ਉਹਨੂੰ ਫਿਰ ਪੂਰਾ ਕੀ ਹਟਦੇ। ਇਹ ਗੁਰੂਆਂ ਦੀ ਤਬੀਅਤ ਸੀ। ਗੁਰੂਆਂ ਦੀ ਤਬੀਅਤ ਸੀ ਕਿ ਉਹਨੂੰ ਫਿਰ ਪੂਰਾ ਹੀ ਕਰਨਾ। ਹੁਣ ਤਕਰੀਬਨ ਸਾਰੀਆਂ ਹੀ ਜੋ ਬਿਰਤੀਆਂ ਸੀ ਮਨਮੁਖ ਦੀਆਂ, ਉਹ ਦੱਸ ਦਿੱਤੀਆਂ। ਅਖੀਰ ਤੇ ਆ ਕੇ ਫੈਸਲਾ ਦੇ ਦਿੱਤਾ ਵੀ ਭਾਈ ਇਹ ਮਨਮੁਖਾਂ ਵਾਲਾ ਜੀਵਨ ਛੱਡ, ਗ੍ਰਸਤੀ ਜੀਵਨ ਅਪਣਾ। ਉਹ ਵੀ ਆਪਣੀ ਡਿਊਟੀ ਪੂਰੀ ਕਰ, ਸਮਾਜਿਕ ਡਿਊਟੀ ਵੀ ਪੂਰੀ ਕਰ, ਲੇਕਿਨ ਆ ਜਿਹੜਾ ਤੈਨੂੰ ਕੰਮ ਕਰਨਾ ਪੈਣਾ, ਉਹ ਕੰਮ ਕੀ ਹੈ? ਇੱਕ ਅਕਾਲ ਪੁਰਖ ਨੂੰ ਮੰਨਣਾ, ਇੱਕ ਅਕਾਲ ਪੁਰਖ ਤੇ ਭਰੋਸਾ, ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਦੀਖਿਤ ਹੋਣਾ, ਕਮਿਟਮੈਂਟ ਕਰਨੀ, ਔਰ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।